ਆਪਣੇ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਮਨ 'ਚ ਇੱਕ ਬਹੁਤ ਵੱਡਾ ਡਰ ਆ ਕਿ ਟੈਕਨੀਕਲ ਜੋਬ ਲੱਭਣਾ ਜਾਂ ਜਿਹੜੀ ਵੀ ਉਹ ਫੀਲਡ 'ਚ ਆਏ ਆ ਪੜ੍ਹਨ, ਉਹ ਬਹੁਤ ਡਿਫਿਕਲਟ ਆ। ਕਿ ਜੇ ਤੁਹਾਨੂੰ ਆਪਣੇ ਹੱਥੀਂ ਕੰਮ ਆਉਂਦਾ, ਤੁਹਾਡਾ ਮਕੈਨੀਕਲ ਮਾਈਂਡ ਆ, ਤਾਂ ਉਹ ਬਹੁਤ ਜ਼ਿਆਦਾ ਹੈਲਪਫੁਲ ਆ। ਕਿਸੇ ਵੀ ਮਕੈਨੀਕਲ ਇੰਜੀਨੀਅਰ ਦੀ ਜੋਬ ਆ ਜਾਂ ਇਲੈਕਟ੍ਰੀਕਲ ਇੰਜੀਨੀਅਰ ਦੀ ਜੋਬ ਆ, ਤਾਂ ਉਹਦੇ ਵਿੱਚ ਕੁਝ ਟੈਕਨੀਕਲ ਟਰਮਸ ਹੋਣੀਆਂ, ਕੁਝ ਸੌਫਟਵੇਅਰ ਪੈਕੇਜਸ ਹੋਣੇ ਆ। ਉਹ ਚੀਜ਼ਾਂ ਜਿਹੜੀਆਂ ਆ ਉਹ ਤੁਹਾਡੇ CV ਦੇ ਵਿੱਚ ਹੋਣੀਆਂ ਚਾਹੀਦੀਆਂ। ਜਦੋਂ ਤੱਕ ਤੁਸੀਂ ਆਪਣੇ ਆਪ ਨਹੀਂ ਸ਼ੋਅ ਕਰਦੇ ਕਿ ਤੁਸੀਂ ਜੋਬ ਕਰਨਾ ਚਾਹੁੰਦੇ ਆ, ਤਦ ਤੱਕ ਤੁਸੀਂ ਉਹ ਮਤਲਬ ਸ਼ਾਰਟਲਿਸਟ ਹੋਣ ਦੇ ਉਨਾ ਜ਼ਿਆਦਾ ਚਾਂਸਸ ਰਹਿੰਦੇ ਨਹੀਂ। ਪਰਸਨੈਲਿਟੀ ਸਕਿੱਲਸ ਆ, ਉਹ ਸਾਰੇ ਐਕਸਪੈਕਟ ਕਰਦੇ ਕਿ ਉਹ ਐਟਲੀਸਟ ਵੈਲ ਪੋਲਿਸ਼ਡ ਪਰਸਨ ਜੁਆਇਨ ਕਰੇ। ਤੇ ਜਿਹੜਾ ਸਪੈਸ਼ਲ ਐਪੀਸੋਡ ਅਸੀਂ ਕਰ ਰਹੇ ਹਾਂ, ਤੇ ਬਾਈ ਹੋਣਾ ਜੀ ਮੈਨੂੰ ਫੋਨ ਕਾਲ ਆਇਆ ਸੀਗਾ 2-3 ਵੀਕ ਪਹਿਲਾਂ, ਤੇ ਉਹਦੇ ਵਿੱਚ ਗੱਲ ਇਹ ਹੋਈ ਵੀ ਸਕਿੱਲਸ ਬਾਰੇ, ਵੀ ਨਵੇਂ ਭੈਣ ਭਰਾ ਇੰਡੀਆ ਤੋਂ ਆਸਟ੍ਰੇਲੀਆ ਆਉਂਦੇ ਨੇ, ਤੇ ਉਹ ਪਹਿਲੀ ਗੱਲ ਤਾਂ ਉਹ ਆਪਣੀ ਜੋਬ ਉਸ ਫੀਲਡ ਦੇ ਵਿੱਚ ਕੰਟੀਨਿਊ ਨਹੀਂ ਕਰਦੇ ਜਿਹੜੇ ਫੀਲਡ ਦੇ ਵਿੱਚ ਉਹ ਪੜ੍ਹੇ ਹੁੰਦੇ ਨੇ। ਨਾਲ ਇੱਕ ਚੀਜ਼ ਹੋਰ ਸੀਗੀ ਵੀ ਜੋਬ ਲੱਭਣ ਦੇ ਵਿੱਚ ਨਵੇਂ ਭੈਣ ਭਰਾਵਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਆ। ਇਹਦਾ ਇੱਕ ਸਲਿਊਸ਼ਨ ਹੋ ਸਕਦਾ ਵੀ ਇੰਡੀਆ ਤੋਂ ਉਹ ਕੁਛ ਚੀਜ਼ਾਂ ਸਿੱਖ ਕੇ ਆਉਣ। ਉਹ ਚੀਜ਼ਾਂ ਕਿਹੜੀਆਂ ਹੋ ਸਕਦੀਆਂ ਨੇ, ਬਾਈ ਹੁਣਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬਾਈ ਤੁਸੀਂ ਇਹ ਦੱਸੋ, ਪਹਿਲਾਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸ ਦਿਓ ਵੀ ਤੁਸੀਂ ਕਿੰਨਾ ਚਿਰ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਹੋ ਗਿਆ, ਅਤੇ ਸਰਕਾਰੀ ਡਿਪਾਰਟਮੈਂਟ 'ਚ ਤੁਸੀਂ ਜੋਬ ਕਰ ਰਹੇ ਹੋ, ਸਰਕਾਰੀ ਅਫਸਰ ਹੋ, ਥੋੜ੍ਹਾ ਜਿਹਾ ਉਹਦੇ ਬਾਰੇ ਦੱਸ ਦਿਓ। ਜੀ ਬਿਲਕੁਲ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਓਪਰਚੁਨਿਟੀ ਦੇਣ ਦੇ ਲਈ, ਇਹ ਕਿਉਂਕਿ ਇਹ ਟੌਪਿਕ ਬੜਾ ਕਲੋਜ਼ ਆ ਮੇਰੇ ਦਿਲ ਦੇ, ਕਿ ਸਟੂਡੈਂਟਸ ਜਿਹੜੇ ਇੰਡੀਆ ਤੋਂ ਆਉਂਦੇ ਆ ਉਹਨਾਂ ਨੂੰ ਇਹ ਅਵੇਅਰ ਕਰਨਾ ਬੜਾ ਜ਼ਰੂਰੀ ਆ। ਥੈਂਕ ਯੂ ਬਾਈ, ਤੁਹਾਡਾ ਤੁਸੀਂ ਟਾਈਮ ਕੱਢਿਆ ਜੀ, ਕਿਉਂਕਿ ਇਹ ਪੋਡਕਾਸਟ ਦਾ ਮਤਲਬ ਹੀ ਇਹੀ ਆ ਵੀ ਹਰੇਕ ਬੰਦਾ ਅਸੀਂ ਕੋਸ਼ਿਸ਼ ਕਰੀਏ ਵੀ ਵੱਧ ਤੋਂ ਵੱਧ ਭੈਣਾਂ ਭਰਾਵਾਂ ਨੂੰ ਐਕਸਪੋਜਰ ਮਿਲੇ। ਹੁਣ ਤੁਸੀਂ ਸਰਕਾਰੀ ਡਿਪਾਰਟਮੈਂਟ 'ਚ ਤੁਸੀਂ ਜੋਬ ਕਰਦੇ ਹੋ, ਤੁਹਾਡੀ ਉੱਠਣੀ ਬਹਿਣੀ ਉੱਥੇ ਹੋਰ ਵੱਡੇ ਬੰਦਿਆਂ ਨਾਲ ਹੈਗੀ ਆ, ਅਤੇ ਮੈਂ ਇਹੀ ਸੀਗਾ ਵੀ ਤੁਸੀਂ ਉਸ ਪ੍ਰੋਸੈਸ ਦੇ ਵਿੱਚ ਤੁਸੀਂ ਕਿਵੇਂ ਨਿਕਲੇ ਹੋ, ਹੋਰ ਲੋਕਾਂ ਨੂੰ ਵੀ ਪਤਾ ਲੱਗੇ। ਹਾਂਜੀ, ਤਾਂ ਮੇਰੀ ਬੈਕਗਰਾਊਂਡ ਦੇ ਰਿਗਾਰਡਿੰਗ ਜੇ ਗੱਲ ਕਰੀਏ ਤਾਂ ਮੈਂ 2016 'ਚ ਆਇਆ ਆਸਟ੍ਰੇਲੀਆ। 7 ਸਾਲ ਹੋ ਗਏ ਅਪਰੋਕਸ ਹੁਣ। ਮੈਂ PhD ਕਰਨ ਆਇਆ ਸੀ ਕੁਈਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਬ੍ਰਿਸਬੇਨ ਦੇ ਵਿੱਚ। ਉੱਥੇ ਮੈਂ ਅਪਰੋਕਸ 3.5 ਸਾਲ, ਕਿਉਂਕਿ PhD ਇੱਕ ਐਸੀ ਡਿਗਰੀ ਹੈ ਜਿਸ ਦੀ ਐਗਜ਼ੈਕਟ ਡਿਊਰੇਸ਼ਨ ਨਹੀਂ ਹੁੰਦੀ ਆਪਣੀ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਦੇ ਵਾਂਗ। ਸੋ 3-3.5 ਸਾਲ ਲੱਗੇ ਮੈਨੂੰ ਕੰਪਲੀਟ ਕਰਦਿਆਂ। ਉਸ ਤੋਂ ਬਾਅਦ ਮੈਂ ਉੱਥੇ ਇੱਕ ਕੰਸਲਟਿੰਗ ਕੰਪਨੀ ਦੇ ਵਿੱਚ ਕੰਮ ਕੀਤਾ, ਟ੍ਰਿਨਿਟੀ ਕੰਸਲਟੈਂਟਸ ਆਸਟ੍ਰੇਲੀਆ ਦਾ ਨਾਮ ਸੀ। ਅਤੇ ਉਸ ਤੋਂ ਬਾਅਦ ਮੈਂ ਪਰਥ ਮੂਵ ਹੋਇਆ 2021 ਦੇ ਵਿੱਚ। ਉਦੋਂ ਮੈਂ PHP ਮਿਨਰਲਸ ਦੇ ਵਿੱਚ ਕੰਮ ਕਰ ਰਿਹਾ ਸੀ। ਅਤੇ ਲਾਸਟ ਈਅਰ ਮੈਂ ਸਰਕਾਰੀ ਡਿਪਾਰਟਮੈਂਟ ਆਫ ਵਾਟਰ ਐਂਡ ਇਨਵਾਇਰਮੈਂਟ ਰੈਗੂਲੇਸ਼ਨ, ਜੋ ਕਿ ਵੈਸਟਰਨ ਆਸਟ੍ਰੇਲੀਆ ਸਟੇਟ ਦੇ ਪਾਣੀ ਅਤੇ ਬਾਕੀ ਇਨਵਾਇਰਮੈਂਟ ਜਿੱਦਾਂ ਨੋਇਜ਼ ਹੈ ਜਾਂ ਏਅਰ ਪੋਲਿਊਸ਼ਨ ਹੈ ਜਾਂ ਲੈਂਡ ਹੈ, ਉਹਨਾਂ ਦੇ ਲਈ ਰੂਲਸ ਬਣਾਉਂਦੇ ਆ ਕਿ ਤਾਂ ਕਿ ਉਹਨਾਂ ਨੂੰ ਆਪਾਂ ਕੰਜ਼ਰਵ ਕਿੱਦਾਂ ਕਰੀਏ। ਅਤੇ ਉਸ ਦੇ ਵਿੱਚ ਮੇਰਾ ਏਅਰ ਪੋਲਿਊਸ਼ਨ ਡਿਪਾਰਟਮੈਂਟ ਦੇ ਵਿੱਚ ਜੋਬ ਹੈ, ਅਤੇ ਐਜ਼ ਅ ਸੀਨੀਅਰ ਇਨਵਾਇਰਮੈਂਟਲ ਆਫਿਸਰ ਮੈਂ ਉੱਥੇ ਕੰਮ ਕਰ ਰਿਹਾ। ਸੋ ਮੇਰੇ ਐਕਸਪੀਰੀਅੰਸ ਦੇ ਅਕੋਰਡਿੰਗ ਜੋ ਮੈਂ ਮਤਲਬ ਫੀਲ ਕੀਤਾ ਅਤੇ ਜਿਸ ਸਾਈਕਲ ਦੇ ਥਰੂ ਮੈਂ ਗੋ ਥਰੂ ਹੋਇਆ, ਕਿ ਜਿਹੜੀ ਵੀ ਤੁਸੀਂ ਪੜ੍ਹਾਈ ਕਰਦੇ ਆ ਉਹ ਲਾਈਫ ਲੌਂਗ ਤੁਹਾਡੇ ਨਾਲ ਸਟੱਕ ਕਰਦੀ ਆ, ਰਾਈਟ। ਅਤੇ ਉਸ ਚੀਜ਼ ਦੇ ਵਿੱਚ ਜੇ ਤੁਸੀਂ ਟਰਾਈ ਕਰਦੇ ਆ ਤਾਂ ਉਹ ਡੈਫੀਨੇਟਲੀ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਆ ਕੰਪੇਅਰ ਟੂ ਐਨੀ ਅਦਰ ਜੋਬ। ਕਿਸੇ ਵੀ ਜੋਬ ਦੇ ਵਿੱਚ ਤੁਸੀਂ ਸਕਸੈਸਫੁਲ ਹੋਣਾ ਕੋਈ ਇੱਦਾਂ ਨਹੀਂ ਹੈ ਕਿ ਇੰਪੋਸੀਬਲ ਹੈ। ਹਰ ਬੰਦਾ ਅਸੀਂ ਖਾਸ ਕਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਦੇਖਦੇ ਹਾਂ ਕਿ ਲੋਕ ਡਿਫਰੈਂਟ ਫੀਲਡਸ ਚੂਜ਼ ਕਰਦੇ ਆ, ਪਰ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਚੀਜ਼ ਦੇ ਵਿੱਚ ਤੁਸੀਂ ਪੜ੍ਹਾਈ ਕੀਤੀ ਆ, ਆਪਣੇ ਜਵਾਨੀ ਦੇ ਕਹਿ ਲਓ 5-7 ਸਾਲ 8 ਸਾਲ ਲਾਏ ਆ, ਸਪੈਂਡ ਕੀਤਾ, ਜੋ ਤੁਹਾਡੇ ਲਾਈਫ ਦਾ ਪੀਕ ਇੱਕ ਹੁੰਦਾ ਆ, ਉਸ ਦੇ ਵਿੱਚ ਜੇ ਤੁਸੀਂ ਜੋਬ ਕਰਦੇ ਹੋ ਤਾਂ ਸ਼ਾਇਦ ਜ਼ਿਆਦਾ ਵਧੀਆ ਐਕਸੈਲ ਕਰ ਸਕਦੇ ਹਾਂ ਅਤੇ ਬੈਨੀਫਿਟ ਕਰ ਸਕਦੇ ਹਾਂ, ਰਾਈਟ। ਅਤੇ ਉਸ ਦੇ ਰਿਗਾਰਡਿੰਗ ਹੀ ਮੇਰੇ ਦਿਮਾਗ 'ਚ ਬਹੁਤ ਦੇਰ ਤੋਂ ਸੀ, ਕਿਉਂਕਿ ਮੈਂ ਆਪਣੀ ਕਮਿਊਨਿਟੀ ਦੇ ਵਿੱਚ ਬ੍ਰਿਸਬੇਨ 'ਚ ਵੀ ਦੇਖਿਆ ਜਾਂ ਇੱਥੇ ਪਰਥ ਦੇ ਵਿੱਚ ਵੀ ਦੇਖਿਆ ਕਿ
ਆਪਣੇ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਮਨ 'ਚ ਇੱਕ ਬਹੁਤ ਵੱਡਾ ਡਰ ਆ ਕਿ ਟੈਕਨੀਕਲ ਜੋਬ ਲੱਭਣਾ ਜਾਂ ਜਿਹੜੀ ਵੀ ਉਹ ਫੀਲਡ 'ਚ ਆਏ ਆ ਪੜ੍ਹਨ, ਉਹ ਬਹੁਤ ਡਿਫਿਕਲਟ ਆ। ਉਹਦੇ ਲਈ PR ਬਹੁਤ ਜ਼ਰੂਰੀ ਆ, ਇਹ ਵੀ ਇੱਕ ਪਰਸੈਪਸ਼ਨ ਹੈ ਜੀ। ਅਤੇ ਉਸ ਚੀਜ਼ ਦੇ ਲਈ ਮੇਰੇ ਮਨ 'ਚ ਸੀਗਾ ਕਿ ਆਪਾਂ ਸਟੂਡੈਂਟਸ ਨੂੰ ਅਵੇਅਰ ਕਰੀਏ ਕਿ ਕੋਸ਼ਿਸ਼ ਕਰਾਂਗੇ ਤਾਂ ਡੈਫੀਨੇਟਲੀ ਆਪਣੀ ਜੋਬ ਲੱਗ ਜਾਂਦੀ ਹੈ। ਇਹ ਥੋੜ੍ਹੀ ਜਿਹੀ ਹਾਈਪੋਥੈਟੀਕਲ ਜਾਂ ਫਿਲੋਸੋਫੀਕਲ ਗੱਲ ਲੱਗਦੀ ਆ ਸੁਣਨ ਦੇ ਵਿੱਚ, ਬਟ ਡੈਫੀਨੇਟਲੀ ਇਹ ਵਰਕ ਕਰਦੀ ਆ। ਸਹੀ ਗੱਲ ਭਾਜੀ, ਸਹੀ ਗੱਲ। ਅਤੇ ਕੀ ਸਟੈਪਸ ਹੋ ਸਕਦੇ ਨੇ? ਚਲੋ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੇ ਕੋਈ ਭਰਾ ਇੰਡੀਆ ਤੋਂ ਆਸਟ੍ਰੇਲੀਆ ਆਉਂਦਾ, ਅਤੇ ਕਿਉਂਕਿ ਹੁਣ ਮਾਈਗ੍ਰੇਸ਼ਨ ਦੁਬਾਰਾ ਆਪਣੀ ਉਸੇ ਸਟੇਜ ਦੇ ਉੱਤੇ ਪਹੁੰਚ ਰਹੀ ਆ। ਪ੍ਰੀ ਕੋਵਿਡ 'ਚ ਆਪਾਂ ਪਹੁੰਚ ਗਏ ਹਾਂ, ਕਾਫੀ ਟਾਈਮ ਹੋ ਗਿਆ ਉਹ ਸਿਚੁਏਸ਼ਨ ਲੰਘੀ ਨੂੰ। ਅਤੇ ਜੇ ਨਵੇਂ ਭੈਣ ਭਰਾ ਇੰਡੀਆ ਤੋਂ ਆਉਂਦੇ ਨੇ, ਉਹ ਤਕਰੀਬਨ ਹਰ ਇੱਕ ਭੈਣ ਭਰਾ 12 ਕਰਕੇ ਆਸਟ੍ਰੇਲੀਆ ਦੇ ਵਿੱਚ ਆਉਂਦੇ ਨੇ। ਉਹਨਾਂ ਵਾਸਤੇ ਕੀ ਟਿਪਸ ਹੋਣਗੀਆਂ? ਉਹ ਤੋਂ ਬਾਅਦ 'ਚੋਂ ਆਪਾਂ ਦੂਜੀ ਸਟੈਪ ਦੀ ਗੱਲ ਕਰਾਂਗੇ। ਪਰ ਸਭ ਤੋਂ ਪਹਿਲਾਂ ਕਿਹੜੀ ਆਪਸ਼ਨ ਉਹ 12 ਕਰਕੇ ਆਸਟ੍ਰੇਲੀਆ ਦੇ ਉਸ ਟਾਈਮ ਸਿੱਖ ਕੇ ਆਉਣ? ਜੀ। ਸੋ ਬਹੁਤ ਸਾਰੇ ਸਟੂਡੈਂਟਸ ਜਿੱਦਾਂ ਤੁਸੀਂ ਕਿਹਾ ਕਿ ਮੋਸਟਲੀ ਹੁਣ ਸਟੂਡੈਂਟ ਜਿਹੜੇ ਆ ਉਹ 12th ਕਲਾਸ ਤੋਂ ਬਾਅਦ ਆਉਂਦੇ ਆ। ਜਦੋਂ ਅਸੀਂ ਆਏ ਸੀ ਉਦੋਂ ਇੱਕ ਪੰਜਾਬ ਦੇ ਵਿੱਚ ਜਾਂ ਓਵਰਆਲ ਇੰਡੀਆ ਦੇ ਵਿੱਚ ਇੱਕ ਕਲਚਰ ਸੀਗਾ ਕਿ ਮੋਸਟਲੀ ਲੋਕ ਬੈਚਲਰ ਡਿਗਰੀ ਕਰਕੇ ਇੱਥੇ ਮਾਸਟਰਸ ਕਰਨ ਆਉਂਦੇ ਸੀ। ਹੁਣ ਲੋਕ ਕੀ ਆ ਕਿ ਹੁਣ ਸਟੂਡੈਂਟਸ ਬੈਚਲਰ ਡਿਗਰੀ ਕਰਨ ਆਉਂਦੇ ਆ। ਅਤੇ ਉਹ ਜਿਹੜੀ ਏਜ ਆ ਉਹ ਕਹਿ ਲਓ ਕਿ 17-18 ਸਾਲ 19 ਸਾਲ ਦੀ ਏਜ ਹੁੰਦੀ ਹੈ। ਅਤੇ ਕੁਆਇਟ ਓਬਵੀਅਸ ਆ ਕਿ ਸਟੂਡੈਂਟਸ ਨੂੰ ਇੱਥੇ ਪਾਰਟ ਟਾਈਮ ਜੋਬ ਵੀ ਜ਼ਰੂਰੀ ਆ ਆਪਣੇ ਸਟੱਡੀਜ਼ ਦੇ ਨਾਲ। ਅਤੇ ਉਸ ਦੇ ਲਈ ਕੋਈ ਨਾ ਕੋਈ ਸਕਿੱਲ ਡੈਫੀਨੇਟਲੀ ਉਹਨਾਂ ਨੂੰ ਹੈਲਪ ਕਰਦੀ ਆ। ਬਾਏ ਸਕਿੱਲ ਮੇਰਾ ਮਤਲਬ ਇਹ ਆ ਕਿ ਜੇ ਤਾਂ ਉਹਨਾਂ ਦੇ ਕੋਲ ਹੱਥੀਂ ਕੋਈ ਕੰਮ ਕਰਨ ਵਾਲਾ ਕੋਈ ਨਾ ਕੋਈ ਗੁਣ ਹੈ, ਉਸ ਚੀਜ਼ ਦਾ ਬਹੁਤ ਜ਼ਿਆਦਾ ਉਹਨਾਂ ਨੂੰ ਫਾਇਦਾ ਹੋਊਗਾ ਜੀ। ਕਿਉਂਕਿ ਅੱਜ ਕੱਲ੍ਹ ਇੰਟਰਨੈਟ ਦੇ ਥਰੂ ਸਭ ਨੇ ਸੁਣਿਆ ਹੀ ਹੋਣਾ ਕਿ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਸਰਵਿਸਿਜ਼ ਆ ਉਹਨਾਂ ਦੇ ਵਿੱਚ ਸੈਲਰੀ ਬਹੁਤ ਆ ਜੀ। ਚਾਹੇ ਉਹ ਆਪਾਂ ਪਲੰਬਰ ਕਹਿ ਲਈਏ, ਚਾਹੇ ਉਹ ਆਪਾਂ ਕਾਰਪੈਂਟਰ ਕਹਿ ਲਈਏ, ਜਾਂ ਜਿੰਨੇ ਵੀ ਮਤਲਬ ਹੱਥੀਂ ਕੰਮ ਕਰਨ ਵਾਲੇ ਜਿੰਨੇ ਵੀ ਜੋਬਸ ਆ ਉਹਨਾਂ ਦੇ ਵਿੱਚ ਕਾਫੀ ਸੈਲਰੀਜ਼ ਆ। ਅਤੇ ਜੇ ਤੁਸੀਂ ਇੱਥੇ ਪੜ੍ਹਨ ਆਏ ਹੋ ਅਤੇ ਉਸ ਚੀਜ਼ ਦੇ ਵਿੱਚ ਪਾਰਟ ਟਾਈਮ ਤੁਸੀਂ ਆਪਣਾ ਉਹ ਕੰਮ ਵੀ ਕਰ ਰਹੇ ਹੋ, ਉਹ ਡੈਫੀਨੇਟਲੀ ਬੰਦੇ ਨੂੰ ਹੈਲਪ ਕਰਦਾ ਆ। ਉਹਦੇ ਪਾਥਵੇ ਵੀ ਆ ਇੱਥੇ, ਇੱਦਾਂ ਵੀ ਨਹੀਂ ਹੈ ਕਿ ਤੁਸੀਂ ਆਉਂਦੇ ਸਾਰ ਹੀ ਸ਼ੁਰੂ ਕਰ ਸਕਦੇ ਆ ਉਹ ਕੰਮ, ਕਿਉਂਕਿ ਹਰੇਕ ਫੀਲਡ ਦੇ ਵਿੱਚ ਲਾਇਸੈਂਸ ਦੀ ਰਿਕੁਆਇਰਮੈਂਟ ਹੈ ਇੱਥੇ, ਚਾਹੇ ਉਹ ਪਲੰਬਿੰਗ ਹੈ, ਚਾਹੇ ਕੋਈ ਇਲੈਕਟ੍ਰੀਸ਼ੀਅਨ ਹੈ, ਚਾਹੇ ਉਹ ਕਾਰਪੈਂਟਰੀ ਦਾ ਕੰਮ ਹੈ। ਅਤੇ ਪਰ ਮੇਰੇ ਹਿਸਾਬ ਨਾਲ ਇਹ ਹੈ ਕਿ ਜੇ ਤੁਹਾਨੂੰ ਆਪਣੇ ਹੱਥੀਂ ਕੰਮ ਆਉਂਦਾ, ਤੁਹਾਡਾ ਮਕੈਨੀਕਲ ਮਾਈਂਡ ਆ, ਤਾਂ ਉਹ ਬਹੁਤ ਜ਼ਿਆਦਾ ਹੈਲਪਫੁਲ ਆ। ਉਸ ਦੇ ਨਾਲ ਤੁਹਾਡੀ ਕਮਿਊਨੀਕੇਸ਼ਨ ਸਕਿੱਲ ਬਹੁਤ ਇੰਪੋਰਟੈਂਟ ਆ। ਅਤੇ ਉਸ 'ਤੇ ਵੀ ਸਟੂਡੈਂਟਸ ਨੂੰ ਜਾਂ ਕੋਈ ਵੀ ਇੱਥੇ ਆਉਂਦਾ, ਚਾਹੇ ਉਹ ਮੈਚਿਓਰ ਏਜ ਦੇ ਵਿੱਚ ਵੀ ਆਉਂਦਾ, ਉਹਨਾਂ ਨੂੰ ਥੋੜ੍ਹਾ ਜਿਹਾ ਓਪਨ ਹੋਣਾ ਚਾਹੀਦਾ ਅਤੇ ਕੌਨਫੀਡੈਂਸ ਆਪਣੇ ਗੱਲ 'ਚ ਰੱਖਣਾ ਚਾਹੀਦਾ ਤਾਂ ਕਿ ਉਹ ਆਪਣੀ ਗੱਲ ਕਨਵੇ ਕਰ ਪਾਉਣ। ਹਾਂਜੀ ਜੀ। ਅਤੇ ਟਰੇਡੀਜ਼ ਵਾਸਤੇ ਇੱਕ ਜੋਕ ਬਣਿਆ ਹੋਇਆ, ਸਪੈਸ਼ਲੀ ਜਿਵੇਂ ਮੈਂ ਸੁਣਿਆ ਵੀ ਹੈ ਕਈ ਬੰਦਿਆਂ ਤੋਂ, ਜਿਵੇਂ ਇਲੈਕਟ੍ਰੀਸ਼ੀਅਨ ਨੇ, ਪਲੰਬਰ ਨੇ, ਉਸਦੀ ਹਰੇਕ ਬੰਦੇ ਨੂੰ ਟਾਰਗੇਟ ਕਰਕੇ ਕਹਿ ਰਹੇ, ਪਰ ਇਹ ਆਪਾਂ ਨੂੰ ਸੁਣਨ ਨੂੰ ਮਿਲਦਾ ਵੀ ਨੋਰਮਲੀ ਟਰੇਡੀਜ਼ ਕਹਿੰਦੇ ਦਿਹਾੜੀ ਦੀ ਉਹਨਾਂ ਨੇ 3 ਜੋਬਾਂ ਕਰਨੀਆਂ ਨੇ। 7-8 ਵਜੇ ਕੰਮ ਸ਼ੁਰੂ ਕਰਕੇ 2 ਵਜੇ ਨੂੰ 1 ਜਾਂ 2 ਵਜੇ ਨੂੰ ਕੰਮ ਨਿਬੇੜ ਕੇ 3 ਵਜੇ ਨੂੰ ਪੱਬ 'ਚ ਬੈਠੇ ਹੁੰਦੇ ਆ ਵੀ ਉਹਨਾਂ ਨੇ ਟਾਰਗੇਟ ਇੱਦਾਂ ਸੈੱਟ ਕੀਤਾ ਹੋਇਆ ਵੀ ਅਸੀਂ 3 ਜੋਬਾਂ ਡੇਲੀ ਦੀਆਂ ਕਰਨੀਆਂ ਨੇ। ਅਤੇ ਇੱਕ ਜੋਬ ਦੇ ਸਾਡੇ ਜੇ ਅਸੀਂ ਵਿਜ਼ਿਟ ਕਰਦੇ ਹਾਂ ਉਹਦੇ ਇੰਨੇ ਚਾਰਜਸ ਨੇ। 3 ਜੋਬਾਂ ਕਰਕੇ ਬਸ ਮੰਡੇ ਟੂ ਥਰਸਡੇ ਜਾਂ ਮੰਡੇ ਟੂ ਫਰਾਈਡੇ ਕੰਮ ਕਰਨਾ। ਅਤੇ ਪਰ ਉਸ ਸਟੇਜ ਦੇ ਉੱਤੇ ਪਹੁੰਚਣ ਨੂੰ ਹੀ ਤੁਹਾਨੂੰ 4-5 ਸਾਲ ਮਿਨੀਮਮ ਲੱਗ ਜਾਂਦੇ, ਕਿਉਂਕਿ 3 ਸਾਲ ਦੀ ਤਾਂ ਸਿਰਫ ਲਾਇਸੈਂਸ ਪ੍ਰੋਸੈਸ ਹੈ। ਅਤੇ ਜੇ ਉਹ ਆਪਣੇ ਲਾਇਸੈਂਸ ਦਾ ਇਹ ਚੀਜ਼ ਦਾ ਲਾਈਫ ਲੌਂਗ ਫਾਇਦਾ ਲੈ ਰਹੇ ਨੇ ਅਤੇ ਉਹ ਵਧੀਆ ਚੀਜ਼ ਆ, ਕਿਉਂਕਿ ਉਹਨਾਂ ਨੇ ਉਸ ਚੀਜ਼ ਵਾਸਤੇ ਮਿਹਨਤ ਵੀ ਕੀਤੀ ਆ। ਉਹਨਾਂ ਨੇ ਹਰ ਕਿਸੇ ਬੰਦੇ ਨਾਲ ਆਪਣਾ 3 ਸਾਲ ਸਪੈਂਡ ਕੀਤੇ, ਲਾਇਸੈਂਸ ਬਣਿਆ, ਫਿਰ ਜੋ ਸਟਰੈਸ ਫਰੀ ਜੋਬ ਕਰ ਰਹੇ ਆ ਅਤੇ ਉਹਨਾਂ ਦੀ ਵਧੀਆ ਗੱਲ ਆ। ਅਤੇ ਦੂਜੀ ਗੱਲ ਵੀ, ਤੁਸੀਂ ਇੰਜੀਨੀਅਰਿੰਗ ਆਪਣੀ PhD ਖਤਮ ਕਰਨ ਤੋਂ ਬਾਅਦ ਕਿਹੜੇ ਪੜਾਵਾਂ ਦੇ ਵਿੱਚ, ਜਾਂ ਜਿਵੇਂ ਤੁਸੀਂ ਹੁਣ ਅੱਜ ਡਿਪਾਰਟਮੈਂਟ ਦੇ ਵਿੱਚ ਜੋਬ ਕਰ ਰਹੇ ਹੋ, ਉਹ ਕਿੰਨੀ ਕੁ ਔਖ ਸੀਗੀ ਉੱਥੇ ਜੋਬ ਲੈਣ ਦੇ ਵਿੱਚ, ਜਾਂ ਕੀ ਤੁਹਾਨੂੰ ਉਹਦੇ ਵਾਸਤੇ ਕਰਨਾ ਪਿਆ? ਡੈਫੀਨੇਟਲੀ ਈਜ਼ੀ ਪ੍ਰੋਸੈਸ ਤਾਂ ਨਹੀਂ ਸੀ, ਕਿਉਂਕਿ ਜਦੋਂ ਤੁਸੀਂ ਇੰਜੀਨੀਅਰਿੰਗ ਰਿਲੇਟਡ ਜਾਂ
ਜਿੰਨੇ ਵੀ ਇਹ ਸਾਇੰਸ ਰਿਲੇਟਡ ਟੈਕਨੋਲੋਜੀ ਰਿਲੇਟਡ ਫੀਲਡਸ ਆ ਉਹਨਾਂ ਦੇ ਵਿੱਚ ਜੋਬ ਅਗਰ ਤੁਸੀਂ ਅਪਲਾਈ ਕਰਦੇ ਆ ਪਹਿਲਾਂ ਤਾਂ ਤੁਸੀਂ ਇੱਕ ਨੇਟਿਵ ਆਸਟ੍ਰੇਲੀਅਨ ਦੇ ਨਾਲ ਵੀ ਕੰਪੀਟ ਕਰ ਰਹੇ ਆ। ਜੀ। ਅਤੇ ਦੂਜੀ ਗੱਲ ਇਹ ਆ ਕਿ ਇਹਨਾਂ ਜੋਬਸ ਦੇ ਪ੍ਰੋਸੈਸ ਵੀ ਬਹੁਤ ਹੁੰਦੇ ਆ। ਮਤਲਬ ਤੁਸੀਂ ਅਪਲਾਈ ਕਰਦੇ ਐਪਲੀਕੇਸ਼ਨ ਸਬਮਿਟ ਕਰਦੇ ਵਿਦ ਯੂਅਰ CV ਅਤੇ ਕਵਰ ਲੈਟਰ। ਉਸ ਤੋਂ ਬਾਅਦ ਨੋਰਮਲੀ ਜਿਹੜੀਆਂ ਇਹ ਜੋਬਸ ਆ ਇਹਨਾਂ ਦੇ ਵਿੱਚ ਇਹ 2 ਤਰ੍ਹਾਂ ਦੀਆਂ ਜੋਬਸ ਹੁੰਦੀਆਂ ਜੀ। ਇੱਕ ਤਾਂ ਜਿੰਨੀਆਂ ਵੀ ਸਾਰੀਆਂ ਵੱਡੀਆਂ ਕੰਪਨੀਜ਼ ਆ ਉਹ ਹਰੇਕ ਈਅਰ ਉਹਨਾਂ ਦਾ ਆਪਣਾ ਇੱਕ ਗ੍ਰੈਜੂਏਟ ਪ੍ਰੋਗਰਾਮ ਚਲਾਉਂਦੀਆਂ ਜੀ। ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਕੋਲ ਇੱਕ ਸਟੈਂਡਰਡ ਨੰਬਰ ਹੁੰਦਾ ਕਿ ਉਹਨਾਂ ਨੇ ਹਰੇਕ ਸਾਲ 10 ਜਾਂ 20 ਜਾਂ 30 ਕੁਛ ਇੱਦਾਂ ਹਰੇਕ ਆਪਣੀ ਕਪੈਸਿਟੀ ਦੇ ਅਕੋਰਡਿੰਗ ਸਟੂਡੈਂਟਸ ਨੂੰ ਹਾਇਰ ਕਰਦੇ ਆ। ਉਹ 2 ਸਾਲ ਦਾ ਇੱਕ ਸਟਰਕਚਰਡ ਪ੍ਰੋਗਰਾਮ ਹੁੰਦਾ ਜਿਸ ਦੇ ਵਿੱਚ ਕੋਈ ਕੰਪਨੀ 1 ਸਾਲ ਦੀ ਰੋਟੇਸ਼ਨ ਦਿੰਦੀ ਆ, ਕੋਈ 3 ਮਹੀਨੇ ਦੀ ਜਾਂ ਕੋਈ 6 ਮਹੀਨੇ ਦੀ। ਅਤੇ ਬੇਸਡ ਔਨ ਕਿ ਸਟੂਡੈਂਟਸ ਪਰਫੋਰਮੈਂਸ ਫਿਰ ਉਹਨਾਂ ਨੂੰ ਆਪਸ਼ਨ ਦਿੰਦੇ ਕਿ ਤੁਸੀਂ ਕਿਹੜੇ 'ਚ ਕੰਟੀਨਿਊ ਕਰਨਾ। ਅਤੇ ਇੱਕ ਤਾਂ ਗ੍ਰੈਜੂਏਟ ਪ੍ਰੋਗਰਾਮ ਹੁੰਦਾ ਅਤੇ ਇੱਕ ਜਿਹੜਾ ਨੋਰਮਲ ਜੋਬਸ ਰੂਟੀਨ ਵਿੱਚ ਐਡਵਰਟਾਈਜ਼ ਹੁੰਦੀਆਂ। ਅਤੇ ਹਰੇਕ ਜੋਬਸ ਦੇ ਵਿੱਚ ਅੱਜ ਕੱਲ੍ਹ ਉਹ ਔਨਲਾਈਨ ਤੁਹਾਨੂੰ ਬੰਦੇ ਦੀ ਸਾਈਕੋਲੋਜੀ ਅਤੇ ਨਿਊਮੈਰੀਕਲ ਐਬਿਲਿਟੀ ਵਰਬਲ ਐਬਿਲਿਟੀ ਨੂੰ ਜੱਜ ਕਰਨ ਦੇ ਲਈ ਉਹ ਗੇਮਸ ਵੀ ਸੈਂਡ ਕਰਦੇ ਆ। ਔਨਲਾਈਨ ਕੰਪੀਟੀਸ਼ਨ ਜਿਹੇ ਹੁੰਦੇ ਆ। ਅਤੇ ਉਸ ਤੋਂ ਬਾਅਦ ਜਿਹੜੀ ਆ ਕਈ ਵਾਰ ਵੀਡੀਓ ਰਿਕਾਰਡਡ ਇੰਟਰਵਿਊ ਵੀ ਹੁੰਦੀ ਆ ਜਿਸ ਦੇ ਵਿੱਚ ਕੀ ਹੁੰਦਾ ਹੈ ਕਿ ਉਹ 15 ਜਾਂ 20 ਮਿੰਟ ਦੀ ਇੰਟਰਵਿਊ ਹੁੰਦੀ ਆ। ਉਹ ਸਕਰੀਨ 'ਤੇ ਤੁਹਾਡੇ ਕੁਐਸਚਨ ਡਿਸਪਲੇ ਹੁੰਦਾ ਆ ਅਤੇ ਤੁਹਾਨੂੰ 2 ਅਟੈਂਪਟ ਮਿਲਦੇ ਨੋਰਮਲੀ ਉਹ ਆਪਣਾ ਆਨਸਰ ਰਿਕਾਰਡ ਕਰਨ ਦੇ ਲਈ। ਫਿਰ ਉਸ ਤੋਂ ਬਾਅਦ ਨੈਕਸਟ ਸਟੈਪ ਜਿਹੜਾ ਹੁੰਦਾ ਉਹ ਇਨ ਪਰਸਨ ਇੰਟਰਵਿਊ ਹੁੰਦਾ। ਤੋ ਇਹ ਜਿਹੜਾ ਜੋਬ ਲੱਭਣ ਦਾ ਤਰੀਕਾ ਆ ਇਹ ਮਤਲਬ ਪ੍ਰੋਸੈਸ ਹੈ ਕਿ ਇਹ 4-5 ਸਟੈਪ ਨੋਰਮਲੀ ਰਹਿੰਦੇ ਆ। ਸਿਰਫ ਇੱਦਾਂ ਨਹੀਂ ਕਿ ਆਪਾਂ ਜੋਬ ਅਪਲਾਈ ਕੀਤੀ ਅਤੇ ਅਗਲੇ ਦਿਨ ਇੰਟਰਵਿਊ ਆ ਗਈ। ਅਤੇ ਇਹ ਜਿਹੜੀ ਸਟੈਪ ਆ ਆਈ ਥਿੰਕ ਮੈਂ ਵੀ ਇਹਦੇ ਵਿੱਚੋਂ ਨਿਕਲਿਆ, ਹੋਰ ਵੀ ਬਹੁਤ ਸਾਰੇ ਸਟੂਡੈਂਟ, ਇਹ ਕੁਆਇਟ ਨੋਰਮਲ ਆ। ਅਤੇ ਇਸ ਚੀਜ਼ ਦੀ ਨੂੰ ਪ੍ਰੀਪੇਅਰ ਕਰਨ ਦੇ ਲਈ ਬਹੁਤ ਜ਼ਰੂਰੀ ਆ। ਮੇਰਾ ਇਹ ਆ ਕਿ ਤੁਸੀਂ ਜਿੱਦਾਂ ਵੀ ਜਿਹੜੀ ਵੀ ਯੂਨੀਵਰਸਿਟੀ 'ਚ ਆਉਂਦੇ ਆ ਜਾਂ ਕਾਲਜ ਦੇ ਵਿੱਚ ਆਉਂਦੇ ਆ ਤਾਂ ਉੱਥੇ ਕਲੱਬਸ ਹੁੰਦੇ ਆ, ਸਟੂਡੈਂਟ ਕਲੱਬਸ, ਉਹ ਜ਼ਰੂਰ ਜੁਆਇਨ ਕਰਨਾ ਚਾਹੀਦਾ ਤਾਂ ਕਿ ਤੁਹਾਡੇ ਜਿਹੜੀਆਂ ਸੋਸ਼ਲ ਸਕਿੱਲਸ ਆ ਅਤੇ ਕਮਿਊਨੀਕੇਸ਼ਨ ਸਕਿੱਲਸ ਆ ਉਹ ਇੰਪਰੂਵ ਹੋਣ। ਹਾਂਜੀ ਜੀ। ਅਤੇ ਦੋਸਤੋ ਇਹ ਜਿਹੜਾ ਪੋਡਕਾਸਟ ਦਾ ਵੀ ਮਕਸਦ ਇਹੀ ਆ ਵੀ ਅਸੀਂ ਵੀ ਚਾਹੁੰਦੇ ਹਾਂ ਵੀ ਸਾਡੇ ਭੈਣ ਭਰਾ ਤਰੱਕੀਆਂ ਕਰਨ, ਵੱਧ ਤਰੱਕੀਆਂ ਕਰਨ, ਨਵੀਆਂ ਚੀਜ਼ਾਂ ਸੁਣਨ, ਨਵੇਂ ਉਹਨਾਂ ਨੂੰ ਐਕਸਪੋਜਰ ਹੋਵੇ। ਅਤੇ ਜੇ ਤਰੱਕੀ ਕਰਨੀ ਆ ਜਾਂ ਕਿਸੇ ਵੀ ਆਪਾਂ ਸਮਾਜ ਦੀ ਗੱਲ ਕਰਦੇ ਹਾਂ, ਕਿਸੇ ਵੀ ਬੰਦੇ ਦੀ ਗੱਲ ਕਰਦੇ ਹਾਂ, ਉਹ ਜੋਬਾਂ ਕਰਕੇ ਕਿਸੇ ਦੇ ਥੱਲੇ ਤੁਸੀਂ ਕੰਮ ਕਰਦੇ ਹੋ ਉਹਦੇ ਨਾਲ ਆਪਣੀ ਤਰੱਕੀ ਨਹੀਂ ਹੋ ਸਕਦੀ। ਤੁਸੀਂ ਵੱਧ ਤੋਂ ਵੱਧ ਐਕਸਪੋਜਰ ਲੈਂਦੇ ਹੋ, ਵੱਧ ਤੋਂ ਵੱਧ ਆਪਣੇ ਆਪ ਨੂੰ ਗਰੋ ਕਰਦੇ ਹੋ। 5-10 ਸਾਲ ਕਿਸੇ ਵਧੀਆ ਫੀਲਡ ਦੇ ਵਿੱਚ ਤੁਸੀਂ ਜੋਬ ਕਰਦੇ ਹੋ, ਉਹ ਤੋਂ ਬਾਅਦ ਤੁਸੀਂ ਆਪਣਾ ਬਿਜ਼ਨਸ ਖੋਲ੍ਹਦੇ ਹੋ, ਆਪਣੇ ਬੰਦਿਆਂ ਨੂੰ ਵੀ ਸਪੋਰਟ ਕਰਦੇ ਹੋ। ਇਹਦੇ ਨਾਲ ਸਾਰੀ ਦੀ ਸਾਰੀ ਕਮਿਊਨਿਟੀ ਅੱਗੇ ਜਾਂਦੀ ਆ। ਅਤੇ ਇਹ ਪੋਡਕਾਸਟ ਦਾ ਵੀ ਸਾਡਾ ਮਕਸਦ ਇਹੀ ਆ। ਅਤੇ ਭਾਅ ਜੀ ਕੋਈ ਹੋਰ ਗੱਲ ਇਹਦੇ ਨਾਲ ਮਿਲਦੀ ਜੁਲਦੀ ਕੋਈ ਤੁਸੀਂ ਦੱਸਣੀ ਚਾਹੋ, ਫਿਰ ਮੈਂ ਤੁਹਾਡੇ ਡਿਪਾਰਟਮੈਂਟ ਵਾਲੇ ਵੀ ਮੇਰੇ ਕੋਲ 2-4 ਸਵਾਲ ਹੈਗੇ ਨੇ, ਫਿਰ ਉਹ ਵੀ ਗੱਲ ਕਰਨੇ ਆ ਜੀ। ਇਸ ਦੇ ਨਾਲ ਮਿਲਦੀ ਜੁਲਦੀ ਗੱਲ ਇੱਕ ਮੇਨ ਇਹ ਆ ਕਿ ਜੋਬ ਲੱਭਣ ਦੇ ਲਈ ਜੋ ਮਤਲਬ ਮੈਂ ਜਿੰਨੇ ਕੁ ਸਟੂਡੈਂਟਸ ਦੇ ਨਾਲ ਇੰਟਰੈਕਟ ਕੀਤਾ ਪਰਸਨਲੀ, ਉਹ ਕਹਿੰਦੇ ਕਿ ਮੈਂ ਔਨਲਾਈਨ ਅਪਲਾਈ ਕੀਤਾ ਸੀਖ 'ਤੇ ਅਤੇ ਮੈਨੂੰ ਕਾਲ ਨਹੀਂ ਆਈ ਜੀ। ਅਤੇ ਮੈਂ ਪਰਸਨਲ ਐਗਜ਼ਾਮਪਲ ਵੀ ਤੁਹਾਨੂੰ ਦਊਂਗਾ ਕਿ ਜਦੋਂ ਮੈਂ 2019 ਦੇ ਵਿੱਚ ਜੋਬਸ ਅਪਲਾਈ ਕਰਨੀਆਂ ਸਟਾਰਟ ਕੀਤੀਆਂ, ਮੈਂ ਵੀ ਉੱਦਾਂ ਹੀ ਜੋਬ ਅਪਲਾਈ ਕਰਦਾ ਸੀ ਕਿ ਸੀਖ 'ਤੇ ਕੋਈ ਪੋਜੀਸ਼ਨ ਦੇਖੀ ਕਿ ਮਕੈਨੀਕਲ ਇੰਜੀਨੀਅਰ ਹੈ ਜਾਂ ਹੁਣ ਅੱਜ ਕੱਲ੍ਹ ਜਿੱਦਾਂ ਮੇਰੀ ਫੀਲਡ ਏਅਰ ਕੁਆਲਿਟੀ ਦੀ ਆ ਤਾਂ ਮੈਂ ਉਹਦੀ ਜੋਬ ਦੇਖਦਾ ਸੀ ਅਤੇ ਸਬਮਿਟ ਕਰ ਦਿੰਦਾ ਸੀ CV। ਬਟ ਉਹ ਇਨਫ ਨਹੀਂ ਆ ਕਿਉਂਕਿ ਜਿਹੜਾ ਬੰਦਾ ਅੱਗੇ ਤੁਹਾਨੂੰ ਹਾਇਰ ਕਰ ਰਿਹਾ ਉਸ ਦੇ ਕੋਲ ਉੱਦਾਂ ਦੀਆਂ 100-150-1000 ਐਪਲੀਕੇਸ਼ਨਸ ਵੀ ਹੁੰਦੀਆਂ। ਮਤਲਬ ਉਹ ਜਿਹੜੀ ਗਿਣਤੀ ਆ ਉਹ ਐਕਸਪੋਨੈਂਸ਼ੀਅਲੀ ਇਨਕਰੀਜ਼ ਹੁੰਦੀ ਕਿਉਂਕਿ ਤੁਸੀਂ ਆਸਟ੍ਰੇਲੀਅਨ ਨੇਟਿਵਸ ਦੇ ਨਾਲ ਕੰਪੀਟ ਕਰ ਰਹੇ ਆ ਅਤੇ ਹੋਰ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਕੰਪੀਟ ਕਰ ਰਹੇ ਆ ਹੈ ਨਾ। ਅਤੇ ਉਹ ਇੰਟਰਨੈਸ਼ਨਲ ਸਟੂਡੈਂਟਸ ਨਾ ਕਿ ਸਿਰਫ ਇੰਡੀਆ ਤੋਂ ਆ ਬਲਕਿ ਸਾਊਥ ਈਸਟ ਏਸ਼ੀਅਨ ਕੰਟਰੀਜ਼ ਹੈ ਜਿੰਨੀਆਂ ਵੀ ਆ ਜਾਂ ਯੂਰੋਪੀਅਨ ਕੰਟਰੀਜ਼ ਆ, ਹਰ ਮੁਲਕ ਤੋਂ ਸਟੂਡੈਂਟਸ ਆਉਂਦੇ ਆਸਟ੍ਰੇਲੀਆ ਦੇ ਵਿੱਚ ਪੜ੍ਹਨ। ਅਤੇ ਇਹ ਇੱਕ ਪਰਸਨਲ ਸਟੋਰੀ ਆ ਜਾਂ ਪਰਸਨਲ ਕਿੱਸਾ ਕਹਿ ਲਓ ਕਿ ਮੈਂ ਸ਼ੇਅਰ ਕਰਨਾ ਚਾਹੁੰਦਾ ਜੋ ਵੀ ਮੈਨੂੰ ਕਿਸੇ ਨੇ ਕਹਿ ਲਓ ਕਿ ਸਿਖਾਇਆ ਸੀ ਕਿ ਜਦੋਂ ਤੁਸੀਂ ਜੋਬ ਅਪਲਾਈ ਕਰਦੇ ਆ ਤਾਂ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਰਿਜ਼ਿਊਮ ਅਤੇ ਕਵਰ ਲੈਟਰ ਹੈ ਜਾਂ CV ਅਤੇ ਕਵਰ ਲੈਟਰ ਤੁਸੀਂ ਸਬਮਿਟ ਕਰਦੇ ਆ ਉਹ ਜੋਬ ਦੇ ਨਾਲ ਬਿਲਕੁਲ ਮੈਚ ਹੋਣਾ ਜ਼ਰੂਰੀ ਆ।
ਓਕੇ। ਤਾਂ ਇੱਕ ਟੈਕਨੀਕਲ ਵਰਡ ਇਹ ਆ ਕਿ ਤੁਸੀਂ ਆਪਣਾ CV ਅਤੇ ਕਵਰ ਲੈਟਰ ਪੂਰਾ ਟੇਲਰ ਕਰਦੇ ਆ ਜੋਬ ਐਡਵਰਟਾਈਜ਼ਮੈਂਟ ਦੇ ਨਾਲ। ਜੀ। ਉਸ ਦੇ ਵਿੱਚ ਇੰਪੋਰਟੈਂਟ ਕੀ ਆ ਕਿ ਹਰੇਕ ਜੋਬ ਦੇ ਰਿਲੇਟਡ ਵਿੱਚ ਤੁਸੀਂ ਐਡਵਰਟਾਈਜ਼ਮੈਂਟ 'ਚ ਕੁਛ ਕੀਵਰਡ ਹੋਣੇ ਆ ਜਿਹੜੇ ਬਹੁਤ ਇੰਪੋਰਟੈਂਟ ਆ। ਫੋਰ ਐਗਜ਼ਾਮਪਲ ਅਗਰ ਕਿਸੇ ਵੀ ਮਕੈਨੀਕਲ ਇੰਜੀਨੀਅਰ ਦੀ ਜੋਬ ਆ ਜਾਂ ਇਲੈਕਟ੍ਰੀਕਲ ਇੰਜੀਨੀਅਰ ਦੀ ਜੋਬ ਆ ਤਾਂ ਉਹਦੇ ਵਿੱਚ ਕੁਛ ਟੈਕਨੀਕਲ ਟਰਮਸ ਹੋਣੀਆਂ, ਕੁਛ ਸੋਫਟਵੇਅਰ ਪੈਕੇਜਸ ਹੋਣੇ ਆ। ਉਹ ਚੀਜ਼ਾਂ ਜਿਹੜੀਆਂ ਆ ਉਹ ਤੁਹਾਡੇ CV ਦੇ ਵਿੱਚ ਹੋਣੀਆਂ ਚਾਹੀਦੀਆਂ। ਉਹ ਇਹ ਹਰੇਕ ਫੀਲਡ ਦੇ ਵਿੱਚ ਐਪਲੀਕੇਬਲ ਆ। ਹਰੇਕ ਫੀਲਡ ਦੇ ਆਪਣੇ ਕੁਛ ਜਾਰਗਨ ਵਰਡਸ ਹੁੰਦੇ ਆ ਜਿਹੜੇ ਉਹ ਉਹਨਾਂ ਨੂੰ ਆਉਣੇ ਚਾਹੀਦੇ ਆ, ਹੈ ਨਾ। ਦੂਜੀ ਗੱਲ ਇਹ ਆ ਕਿ ਜਦੋਂ ਤੁਸੀਂ ਔਨਲਾਈਨ ਸਬਮਿਟ ਕਰਦੇ ਆ, ਚਾਹੇ ਤੁਸੀਂ ਆਪਣਾ CV ਟੇਲਰ ਕਰ ਵੀ ਲਿਆ, ਫਿਰ ਵੀ ਇੰਨੇ ਚਾਂਸ ਨਹੀਂ ਆ ਕਿ ਤੁਹਾਡਾ CV ਪਿਕ ਹੋ ਜਾਓ, ਕਿਉਂਕਿ 100 ਜਿੱਦਾਂ ਮੈਂ ਪਹਿਲਾਂ ਦੱਸਿਆ ਕਿ 100, 150, 200 ਐਪਲੀਕੇਸ਼ਨਸ ਆਉਂਦੀਆਂ। ਅਤੇ ਤੁਹਾਨੂੰ ਜ਼ਰੂਰੀ ਆ ਕਿ ਤੁਸੀਂ ਰਿਕਰੂਟਰਸ ਦੇ ਨਾਲ, ਜਿਹੜੀ ਕੰਪਨੀ ਹਾਇਰ ਕਰ ਰਹੀ ਆ ਉੱਥੇ ਦੇ ਹਾਇਰਿੰਗ ਮੈਨੇਜਰਸ ਦੇ ਨਾਲ ਪਰਸਨਲੀ ਤੁਸੀਂ ਕਨੈਕਟ ਕਰੋ। ਉਸ ਦੇ ਵਿੱਚ ਅੱਜ ਕੱਲ੍ਹ ਲਿੰਕਡਇਨ ਸਭ ਤੋਂ ਵੱਡਾ ਇੱਕ ਪਲੈਟਫਾਰਮ ਆ, ਪ੍ਰੋਫੈਸ਼ਨਲ ਸੋਸ਼ਲ ਪਲੈਟਫਾਰਮ ਆ। ਉਸ ਦੇ ਵਿੱਚ ਤੁਸੀਂ ਕੰਪਨੀਜ਼ ਦੇ ਨਾਲ ਕਨੈਕਟ ਕਰੋ, ਜਿਹੜੇ ਸੀਨੀਅਰ ਪ੍ਰੋਫੈਸ਼ਨਲਸ ਆ ਉਹਨਾਂ ਦੇ ਨਾਲ ਕਨੈਕਟ ਕਰੋ। ਅਤੇ ਦੂਜਾ ਇਹ ਹੈ ਕਿ ਕੰਪਨੀਜ਼ ਨੂੰ ਫੋਨ ਵੀ ਕਰੋ। ਖਾਸ ਕਰ ਜਿਹੜੀਆਂ ਛੋਟੀਆਂ ਕੰਪਨੀਜ਼ ਹੁੰਦੀਆਂ ਆ, ਛੋਟੀਆਂ ਬੁਟੀਕ ਫਰਮਸ ਆ, ਉਹਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਫਾਇਦੇਮੰਦ ਰਹਿੰਦਾ। ਕਿਉਂਕਿ ਕੀ ਹੈ ਕਿ ਜਦੋਂ ਤੱਕ ਤੁਸੀਂ ਆਪਣੇ ਆਪ ਨਹੀਂ ਸ਼ੋਅ ਕਰਦੇ ਕਿ ਤੁਸੀਂ ਜੋਬ ਕਰਨਾ ਚਾਹੁੰਦੇ ਆ, ਤਦ ਤੱਕ ਤੁਸੀਂ ਉਹ ਮਤਲਬ ਸ਼ਾਰਟਲਿਸਟ ਹੋਣ ਦੇ ਉਨਾ ਜ਼ਿਆਦਾ ਚਾਂਸਿਸ ਰਹਿੰਦੇ ਨਹੀਂ। ਜਦੋਂ ਤੁਸੀਂ ਆਪ ਇੰਟਰਸਟ ਸ਼ੋਅ ਕਰਦੇ ਆ ਤਾਂ ਦੂਜੇ ਬੰਦੇ ਨੂੰ ਵੀ ਲੱਗਦਾ ਕਿ ਉਹ ਐਕਚੁਅਲੀ 'ਚ ਜੋਬ ਕਰਨਾ ਚਾਹੁੰਦਾ। ਅਦਰਵਾਈਜ਼ ਕੀ ਆ ਕਿ ਉਹ ਇੱਕ ਨੰਬਰ ਹੀ ਰਹਿ ਜਾਂਦਾ ਤੁਹਾਡਾ ਜਿਹੜਾ CV ਆ, ਹਜ਼ਾਰਾਂ ਦੀ ਲਿਸਟ ਜਾਂ 500 ਸੈਂਕੜਿਆਂ ਦੀ ਲਿਸਟ ਦੇ ਵਿੱਚ। ਸੋ ਮੇਰੇ ਪਰਸਨਲ ਐਕਸਪੀਰੀਅੰਸ ਦੇ ਅਕੋਰਡਿੰਗ ਇੰਪਲੋਇਰਸ ਦੇ ਨਾਲ ਕਨੈਕਟ ਕਰਨਾ ਬਹੁਤ ਜ਼ਰੂਰੀ ਆ। ਪ੍ਰੋਫੈਸ਼ਨਲ ਇਵੈਂਟਸ ਰਹਿੰਦੇ ਆ, ਉੱਥੇ ਜਾਓ, ਉੱਥੇ ਲੋਕਾਂ ਨੂੰ ਮਿਲੋ, ਉਹਨਾਂ ਤੋਂ ਗਾਈਡੈਂਸ ਲਓ, ਅਤੇ ਤਾਂ ਕਿ ਆਪਣੇ ਉਹ ਪ੍ਰੋਫਾਈਲ ਦੇ ਵਿੱਚ ਜਾਂ CV ਦੇ ਵਿੱਚ ਕਿੱਦਾਂ ਇੰਪਰੂਵਮੈਂਟ ਕੀਤੀ ਜਾਵੇ। ਅਤੇ ਦੂਜਾ ਇਹ ਹੈ ਕਿ ਕੰਪਨੀਜ਼ ਨੂੰ ਤੁਸੀਂ ਕੰਟੈਕਟ ਕਰੋ ਇਨ ਪਰਸਨ ਵੀ ਅਤੇ ਫੋਨ ਦੇ ਨਾਲ ਵੀ। ਹਾਂਜੀ। ਅਤੇ ਇਹਦੇ ਨਾਲ ਇੱਕ ਹੋਰ ਗੱਲ ਭਾਅ ਜੀ ਜੁੜਦੀ ਹੈ ਵੀ ਮੈਨੂੰ ਫੋਨ ਕਾਲਸ ਬਹੁਤ ਆਉਂਦੇ ਨੇ ਵੀ ਜਿਵੇਂ ਹੁਣ ਦੁਬਾਰਾ ਫੇਰ ਉਸੇ ਹਾਲਾਤ ਦੇ ਵਿੱਚ ਆਪਾਂ ਜਾ ਰਹੇ ਹਾਂ ਵੀ ਜਿੱਥੇ ਜੋਬਾਂ ਘੱਟ ਰਹੀਆਂ ਨੇ ਮਾਰਕੀਟ ਦੇ ਵਿੱਚ ਦਿਨ ਪ੍ਰਤੀ ਦਿਨ। ਅਤੇ ਇਹਦੇ ਵਿੱਚ ਇੱਦਾਂ ਹੁੰਦਾ ਵੀ ਭੈਣਾਂ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਸਾਡੇ ਕੋਲ ਜੋਬ ਨਹੀਂ ਹੈਗੀ, ਸਾਡੀ ਜੋਬ ਵਗੈਰਾ ਦੇ ਵਿੱਚ ਹੈਲਪ ਕਰੋ। ਅਤੇ ਮੈਂ ਸਭ ਤੋਂ ਪਹਿਲਾ ਸਵਾਲ ਉਹਨਾਂ ਨੂੰ ਇਹ ਪੁੱਛਦਾ ਵੀ ਤੁਸੀਂ ਹੁਣ ਤੱਕ ਕਿੰਨੇ ਰਿਜ਼ਿਊਮ ਬਣ ਕੇ ਆਉਂਦੇ ਆ। ਵੀ ਤੁਸੀਂ ਜਦੋਂ ਕੋਈ ਬੰਦਾ ਡੈਸਪਰੇਟ ਹੁੰਦਾ ਜੋਬ ਵਾਸਤੇ, ਤੁਸੀਂ ਇਹਦੇ ਵਿੱਚ ਜਿਵੇਂ ਜਿਵੇਂ ਟੇਲਰਡ ਰਿਜ਼ਿਊਮ ਦੀ ਗੱਲ ਕੀਤੀ ਹੈ, ਉਹਦੇ ਵਿੱਚ ਵੀ ਇਹੀ ਹੁੰਦਾ ਵੀ ਮਿਨੀਮਮ ਤੁਸੀਂ 100, 150 ਰਿਜ਼ਿਊਮ ਤਾਂ ਇੰਨੇ ਤਾਂ ਵੈਸੇ ਹੀ ਬੰਦਾ ਤੁਰਦਾ ਫਿਰਦਾ ਬਣ ਦਿੰਦਾ। ਹਰੇਕ ਦੁਕਾਨ 'ਚ, ਹਰੇਕ ਸ਼ੌਪ ਦੇ ਵਿੱਚ ਜੇ ਕਿਸੇ ਨੇ ਬੋਰਡ ਲਾਇਆ ਹੋਇਆ ਵੀ ਵੀ ਨੀਡ ਸਟਾਫ ਹੇਅਰ, ਅਤੇ ਉੱਥੇ ਰਿਜ਼ਿਊਮ ਡਰੋਪ ਕਰਕੇ ਉਹਨੂੰ ਕਾਲ ਕਰੋ ਅਤੇ ਉਹਨੂੰ ਪੁੱਛੋ। ਜੇ ਤੁਹਾਨੂੰ ਸਾਹਮਣੇ ਵਾਲਾ ਬੰਦਾ ਥੋੜ੍ਹਾ ਜਿਹਾ ਰਿਸਪੌਂਸ ਦੇ ਰਿਹਾ ਵੀ ਹਾਂ ਸਾਨੂੰ ਲੋੜ ਤਾਂ ਹੈਗੀ ਆ, 2, 3, 4 ਦਿਨਾਂ ਦੇ ਵਿੱਚ ਉਹ ਬੰਦੇ ਨੂੰ ਦੁਬਾਰਾ ਫੇਰ ਫੋਲੋਅਪ ਕਰੋ, ਉਹਨੂੰ ਪੁੱਛੋ। ਕਈ ਵਾਰੀ ਇੱਦਾਂ ਵੀ ਹੁੰਦਾ ਵੀ ਸਪੋਜ਼ ਬਹੁਤ ਛੋਟਾ ਰੈਸਟੋਰੈਂਟ ਹੁੰਦਾ ਅਤੇ ਬਹੁਤ ਬਿਜ਼ੀ ਨਹੀਂ ਹੁੰਦਾ, ਅਤੇ ਕਈ ਵਾਰੀ ਆਪਣੇ ਬੰਦੇ ਜਾਣ ਕੇ ਵੀ ਤੰਗ ਕਰਦੇ ਆ ਵੀ, ਜਾਂ ਕਈ ਵਾਰੀ ਥੋੜ੍ਹਾ ਬਹੁਤ ਕੰਮ ਫਰੀ 'ਚ ਕਰਾ ਲਿਆ। ਇਹ ਸਾਰਾ ਕੁਝ ਚੱਲਦਾ। ਇਹ ਸਾਡੇ ਨਾਲ ਵੀ ਹੋਇਆ। ਗਾਹਾਂ ਲੋਕ ਆਪਣੇ ਹਰਕਤਾਂ ਤੋਂ ਬਾਜ਼ ਵੀ ਨਹੀਂ ਆਉਂਦੇ ਹੈਗੇ। ਅਤੇ ਤੁਸੀਂ ਇਹ ਵੀ ਦੇਖਿਆ ਕਰੋ ਜੇ ਕਿਤੇ ਜੋਬ ਅਪਲਾਈ ਕਰਨੀ ਆ ਅਤੇ ਸਾਹਮਣੇ ਤੁਹਾਨੂੰ ਕੀ ਲੱਗਦਾ ਵੀ ਕਿੱਡਾ ਕੁ ਰੈਸਟੋਰੈਂਟ ਆ, ਅੰਦਰ ਕਿੰਨੇ ਕੁ ਬੰਦੇ ਹੋਣਗੇ, ਕਿਉਂਕਿ ਤੁਹਾਨੂੰ ਰੈਸਟੋਰੈਂਟ ਦੀ ਬਿਜ਼ੀਨੈਸ ਦੇਖ ਕੇ ਵੀ ਕਿੰਨੇ ਕੁ ਉੱਥੇ ਔਡਰ ਬਣ ਰਹੇ ਆ, ਕਿੰਨੇ ਕੁ ਉੱਥੇ ਕਸਟਮਰ ਬੈਠੇ ਆ, ਇੰਨਾ ਕੁ ਦੇਖ ਕੇ ਤੁਹਾਨੂੰ ਆਈਡੀਆ ਹੋ ਸਕਦਾ ਅੰਦਰ 2 ਜਣੇ ਕੰਮ ਕਰਦੇ ਹੋਣਗੇ ਜਾਂ ਅੰਦਰ 4 ਜਣੇ ਕੰਮ ਕਰਦੇ ਹੋਣਗੇ। ਅਤੇ ਗਲਤ ਜਗ੍ਹਾ ਦੇ ਉੱਤੇ ਐਫਰਟ ਨਾ ਪਾਓ, ਆਪਣੇ ਐਫਰਟ ਉੱਥੇ ਹੀ ਪਾਓ ਜਿੱਥੇ ਤੁਹਾਨੂੰ ਲੱਗਦਾ ਸ਼ੌਪ ਬਿਜ਼ੀ ਆ, ਇੱਥੇ ਇਹਨਾਂ ਨੂੰ ਜ਼ਿਆਦਾ ਬੰਦਿਆਂ ਦੀ ਲੋੜ ਹੈਗੀ ਆ, ਅਤੇ ਉਹਨਾਂ ਨੂੰ ਤੁਸੀਂ 2-4 ਵਾਰ ਪੁੱਛ ਸਕਦੇ ਹੋ। ਅਤੇ ਜਦੋਂ ਤੁਸੀਂ ਇੱਦਾਂ ਫੋਲੋਅਪ ਕਰਦੇ ਹੋ 10-20 ਦੁਕਾਨਾਂ ਨਾਲ 100 ਰਿਜ਼ਿਊਮ ਵੰਡ ਕੇ ਜਿੱਥੇ 10-20% ਆਉਣ ਲੱਗਿਆ ਵੀ ਹਾਂ ਇੱਥੇ ਓਪਰਚੁਨਿਟੀ ਮਿਲ ਸਕਦੀ ਆ, ਉਹਨਾਂ ਨੂੰ ਪੁੱਛੋ ਤੁਹਾਨੂੰ ਜੋਬ ਕਿਉਂ ਨਹੀਂ ਮਿਲੂਗੀ। ਸਾਹਮਣੇ ਵਾਲਾ ਬੰਦਾ ਦੇਖੂਗਾ। ਜਿਹੜੇ ਛੋਟੀ ਸ਼ੋਪਸ ਹੁੰਦੀਆਂ ਨੇ ਨਾ, ਜਾਂ ਕਸਟਮਰ ਸਰਵਿਸ ਜੋਬ, ਸਪੈਸ਼ਲੀ ਰੈਸਟੋਰੈਂਟ ਵਾਲੀਆਂ ਜੋਬਾਂ ਹੁੰਦੀਆਂ ਨੇ, ਜਾਂ ਤੁਸੀਂ ਫਰੰਟ 'ਚ ਖੜ੍ਹਦੇ ਹੋ, ਉਹ ਸਾਹਮਣੇ ਵਾਲਾ ਬੰਦਾ ਇਹ ਦੇਖ ਰਿਹਾ ਵੀ ਜੇ ਮੈਂ ਇਹ ਬੰਦੇ ਨੂੰ ਆਪਣੀ ਇੱਥੇ ਕੰਮ 'ਤੇ ਹਾਇਰ ਕਰਦਾ, ਇਹਦੇ ਨਾਲ ਮੇਰੇ ਕੰਮ ਨੂੰ ਕਿੰਨਾ ਫਾਇਦਾ ਹੋ ਸਕਦਾ, ਇਹ ਕਿੰਨਾ
ਅਪਸੈਲਿੰਗ ਕਰ ਸਕਦਾ, ਜਾਂ ਦੇਖਣ ਦੇ ਵਿੱਚ ਪ੍ਰੈਜ਼ੈਂਟੇਬਲ ਲੱਗਦਾ, ਜਾਂ ਇਹਦੀ ਅਪਰੋਚ ਕਿੱਦਾਂ ਦੀ ਆ ਲੋਕਾਂ ਨਾਲ। ਜਿਹੜੇ ਸਾਹਮਣੇ ਇੰਪਲੋਇਰ ਨੇ ਤੁਹਾਨੂੰ ਹਰੇਕ ਤਰੀਕੇ ਨਾਲ ਜੱਜ ਕਰਨਾ, ਅਤੇ ਇਹ ਬਹੁਤ ਵਧੀਆ ਚੀਜ਼ ਆ। ਤੁਸੀਂ ਮੈਨੂੰ ਬਹੁਤ ਵਧੀਆ ਲੱਗੀ ਵੀ ਇਹਦੇ ਵਿੱਚ ਇੱਕ ਚੀਜ਼ ਹੋਰ ਆ ਵੀ ਤੁਹਾਡੇ ਆਲੇ ਦੁਆਲੇ ਜੇ ਤੁਸੀਂ ਰੈਸਟੋਰੈਂਟਾਂ ਦੇ ਵਿੱਚ ਜੋਬ ਅਪਲਾਈ ਕਰਨੀ ਆ ਤਾਂ ਤੁਹਾਡਾ ਰਿਜ਼ਿਊਮ ਰੈਸਟੋਰੈਂਟ ਵਰਗਾ ਹੋਣਾ ਚਾਹੀਦਾ ਵੀ ਮੇਰੇ ਕੋਲ ਰੈਸਟੋਰੈਂਟ ਦਾ ਐਕਸਪੀਰੀਅੰਸ ਆ। ਤੁਸੀਂ ਇੱਕ ਦਿਨ ਸ਼ਾਰਟ ਲਿਸਟ ਕਰ ਲਓ, ਮੇਰੇ ਇਲਾਕੇ 'ਚ ਆਹ 50 ਰੈਸਟੋਰੈਂਟ ਨੇ, ਉੱਥੇ ਰਿਜ਼ਿਊਮ ਡਰੋਪ ਕਰੋ। ਇੱਕ ਤਰੀਕੇ ਦਾ ਰਿਜ਼ਿਊਮ ਹੋਵੇ, ਚੱਲ ਸਕਦਾ ਉੱਥੇ। ਅਗਲੇ ਦਿਨ ਤੁਸੀਂ ਕਲੀਨਿੰਗ ਕੰਪਨੀ 'ਚ ਜੋਬ ਅਪਲਾਈ ਕਰ ਰਹੇ ਹੋ, ਉਹ ਤੁਹਾਡਾ ਰਿਜ਼ਿਊਮ ਕਲੀਨਿੰਗ ਕੰਪਨੀ ਦੇ ਨਾਲ ਦਾ ਹੋਵੇ ਵੀ ਤੁਹਾਡੇ ਕੋਲ ਕੋਈ ਕਲੀਨਿੰਗ ਦਾ ਐਕਸਪੀਰੀਅੰਸ ਹੈ। ਜੇ ਕੋਈ ਡਿਲੀਵਰੀ ਦੀ ਜੋਬ ਤੁਸੀਂ ਅਪਲਾਈ ਕਰਨੀ ਆ, ਤੁਹਾਡਾ ਰਿਜ਼ਿਊਮ ਉੱਦਾਂ ਦਾ ਹੋਵੇ ਵੀ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਕਿਹੜਾ, ਤੁਹਾਡੇ ਕੋਲ ਡਰਾਈਵਿੰਗ ਦਾ ਐਕਸਪੀਰੀਅੰਸ ਕਿੰਨਾ ਦਾ। ਜਾਂ ਉਹਦੇ ਵਿੱਚ ਤੁਸੀਂ ਇਹ ਵੀ ਲਿਖ ਸਕਦੇ ਹੋ ਵੀ ਤੁਹਾਡੇ ਜਿਵੇਂ ਕੋਈ ਡਿਮੈਰਿਟ ਤਾਂ ਨਹੀਂ ਹੈਗਾ, ਤੁਸੀਂ ਸੇਫਲੀ ਡਰਾਈਵ ਕਰਦੇ ਹੋ। ਇਹ ਸਾਰਾ ਕੁਛ ਉਹਦੇ ਵਿੱਚ ਕਰ ਸਕਦੇ ਹੋ। ਮਤਲਬ ਜੋਬ ਦੇ ਹਿਸਾਬ ਦੇ ਨਾਲ ਉਹੋ ਜਿਹਾ ਤੁਹਾਡਾ ਰਿਜ਼ਿਊਮ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਇਹਦੇ 'ਚ ਇੱਕ ਹੋਰ ਚੀਜ਼ ਐਡ ਕਰੂੰਗਾ ਮੈਂ ਕਿ ਜਿੱਦਾਂ ਤੁਸੀਂ ਕਿਹਾ ਕਿ ਅਗਰ ਤੁਸੀਂ ਰੈਸਟੋਰੈਂਟ ਦੇ ਰਿਲੇਟਡ ਜੋਬ ਅਪਲਾਈ ਕਰ ਰਹੇ ਹਾਂ ਤਾਂ ਉੱਦਾਂ ਦਾ ਰਿਜ਼ਿਊਮੇ ਚਾਹੀਦਾ, ਜਾਂ ਕਲੀਨਿੰਗ ਰਿਲੇਟਡ ਕਰ ਰਹੇ ਹਾਂ ਤਾਂ ਉੱਦਾਂ ਦਾ ਚਾਹੀਦਾ। ਬਹੁਤ ਸਾਰੇ ਸਟੂਡੈਂਟਸ ਇਹ ਕੁਐਸਚਨ ਕਰੂਗੇ ਕਿ ਹੁਣ ਮੈਂ ਅਗਰ 50 ਡਿਫਰੈਂਟ ਸੈਕਟਰਸ ਦੇ ਵਿੱਚ ਜੋਬ ਅਪਲਾਈ ਕਰ ਰਿਹਾ ਤਾਂ ਮੇਰੇ ਕੋਲ ਸਾਰਾ ਐਕਸਪੀਰੀਅੰਸ ਤਾਂ ਹੋ ਨਹੀਂ ਸਕਦਾ, ਜੋ ਕਿ ਇੱਕ ਬਹੁਤ ਪ੍ਰੈਕਟੀਕਲ ਗੱਲ ਆ। ਬਟ ਐਂਡ ਆਫ ਦਾ ਡੇ ਤੁਹਾਨੂੰ ਆਪਣਾ ਰਿਜ਼ਿਊਮੇ ਦੇ ਵਿੱਚ ਉਹ ਚੀਜ਼ਾਂ ਸ਼ੋਅ ਕਰਨੀਆਂ ਜਿਹੜੀਆਂ ਤੁਸੀਂ ਉਸ ਜੋਬ ਦੇ ਵਿੱਚ ਟਰਾਂਸਫਰ ਕਰ ਸਕਦੇ ਆ। ਉਹ ਸਕਿੱਲਸ ਜਿਹੜੀਆਂ ਆ ਉਹ ਮੈਚ ਕਰਦੀਆਂ। ਜਿੱਦਾਂ ਕਿ ਇੱਕ ਰਿਟੇਲ ਦੀ ਜੋਬ ਆ, ਉਹ ਰੈਸਟੋਰੈਂਟ ਦੀ ਜੋਬ ਆ, ਉਹਦੇ ਵਿੱਚ ਰਿਟੇਲਸ ਜਾਂ ਕਮਿਊਨੀਕੇਸ਼ਨ ਸਕਿੱਲਸ ਜਾਂ ਟਾਈਮ ਮੈਨੇਜਮੈਂਟ ਜਾਂ ਕਹਿ ਲਓ ਕਿ ਸਟਾਕ ਰਿਲੇਟਡ ਸਟੱਫ ਹੈ। ਜਿੱਦਾਂ ਇਹ ਚੀਜ਼ਾਂ ਜਿਹੜੀਆਂ ਆ ਇਹ ਸਾਡੇ ਰੈਸਟੋਰੈਂਟ ਦੇ ਵਿੱਚ ਵੀ ਕੰਮ ਆ ਜਾਣੀਆਂ, ਇਹ ਨੋਰਮਲ ਰਿਟੇਲ ਸ਼ਾਪ ਦੇ ਵਿੱਚ ਵੀ ਕੰਮ ਆਉਣੀਆਂ, ਹੈ ਨਾ। ਚਾਹੇ ਰੈਸਟੋਰੈਂਟ ਉਹ ਇੱਕ ਡਾਈਨ ਇਨ ਵਾਲਾ ਆ ਜਾਂ ਕੋਈ ਫਾਸਟ ਫੂਡ ਵਾਲਾ ਰੈਸਟੋਰੈਂਟ ਆ, ਇਹ ਚੀਜ਼ਾਂ ਜਿਹੜੀਆਂ ਇਹ ਹਰੇਕ ਚੀਜ਼ 'ਚ ਟਰਾਂਸਫਰੇਬਲ ਆ। ਇੱਦਾਂ ਹੀ ਸੇਮ ਚੀਜ਼ ਜਿਹੜੀ ਐਪਲੀਕੇਬਲ ਹੁੰਦੀ ਹੈ ਤੁਹਾਡੀ ਟੈਕਨੀਕਲ ਜੋਬ ਦੇ ਵਿੱਚ ਵੀ, ਹੈ ਨਾ। ਕਿ ਜੇ ਤੁਹਾਡੇ ਕੋਲ ਪਬਲਿਕ ਸਪੀਕਿੰਗ ਹੈਗੀ ਆ, ਤੁਹਾਡੀ ਰਾਈਟਿੰਗ ਸਕਿੱਲਸ ਚੰਗੀਆਂ ਆ, ਤੁਸੀਂ ਆਪਣੇ ਜਿਹੜੇ ਸਾਇੰਟੀਫਿਕ ਥੋਟਸ ਨੂੰ ਵਧੀਆ ਰਿਪਰੈਜ਼ੈਂਟ ਕਰ ਸਕਦੇ ਆ, ਅਤੇ ਤੁਹਾਡੇ ਕੋਲ ਟੀਮ ਵਰਕਿੰਗ ਅਬਿਲਿਟੀ ਆ, ਇਹ ਵੀ ਇਹ ਰੈਸਟੋਰੈਂਟ ਜੋਬ ਦੇ ਵਿੱਚ ਵੀ ਐਪਲੀਕੇਬਲ ਆ ਅਤੇ ਇੱਕ ਟੈਕਨੀਕਲ ਜੋਬ ਦੇ ਵਿੱਚ ਵੀ ਐਪਲੀਕੇਬਲ ਆ। ਅਤੇ ਇਹੀ ਚੀਜ਼ਾਂ ਤੁਸੀਂ ਸ਼ੋਕੇਸ ਕਰਨੀਆਂ। ਬਹੁਤ ਸਾਰੇ ਸਟੂਡੈਂਟਸ ਨੇ ਮੈਨੂੰ ਪਾਸਟ ਵਿੱਚ ਇਹ ਵੀ ਕਿਹਾ ਕਿ ਮੇਰੇ ਕੋਲ ਤਾਂ ਇੰਟਰਨਸ਼ਿਪ ਵਗੈਰਾ ਹੈ ਨਹੀਂ, ਮੈਂ ਹੁਣ ਟੈਕਨੀਕਲ ਜੋਬ ਕਿੱਦਾਂ ਲੱਭਾਂ, ਹੈ ਨਾ। ਅਤੇ ਉਹ ਨਾ ਕੀ ਕਰਦੇ ਆ, ਇੱਕ ਬਹੁਤ ਵੱਡੀ ਮਿਸਟੇਕ ਕਰਦੇ ਆ, ਉਹ ਆਪਣਾ ਜਿਹੜਾ ਪਾਰਟ ਟਾਈਮ ਜੋਬ ਦਾ ਐਕਸਪੀਰੀਅੰਸ ਆ ਨਾ ਉਹਨੂੰ ਹਟਾ ਦਿੰਦੇ ਆ ਉੱਤੋਂ ਰਿਜ਼ਿਊਮ ਤੋਂ। ਕਿਸੇ ਨੇ ਰਿਟੇਲ 'ਚ ਕੰਮ ਕੀਤਾ ਜਾਂ ਕਲੀਨਿੰਗ ਦੇ ਵਿੱਚ ਕੰਮ ਕੀਤਾ ਆ ਜਾਂ ਕੋਈ ਹੋਰ ਵੀ ਜੋਬ ਕੀਤੀ ਆ, ਉਹ ਕਹਿੰਦੇ ਕਿ ਇਹ ਰੈਲੇਵੈਂਟ ਨਹੀਂ ਆ। ਬਟ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਤੁਹਾਡੀਆਂ ਟੈਕਨੀਕਲ ਜੋਬ ਦੇ ਵਿੱਚ ਟ੍ਰਾਂਸਫਰ ਹੋ ਜਾਂਦੀਆਂ, ਰੈਲੇਵੈਂਟ ਹੈ, ਅਤੇ ਇੰਪਲੋਇਰਸ ਜਨਰਲੀ ਉਹੀ ਲੱਭਦੇ ਆ। ਤੁਸੀਂ ਆਪਣੇ ਆਲੇ ਦੁਆਲੇ ਦੇਖੋ ਕਿ ਲੋਕ ਤੁਹਾਡੇ ਆਲੇ ਦੁਆਲੇ ਕਿੱਦਾਂ ਦੇ ਕੰਮ ਕਰ ਰਹੇ ਆ। ਮੈਂ ਮੁੜ ਕੇ ਫਿਰ ਦੁਬਾਰਾ ਉਸੇ ਚੀਜ਼ 'ਚ ਆਊਂਗਾ ਕਿ ਜਿੱਦਾਂ ਹੁਣ ਤੁਸੀਂ ਆਪਣਾ ਜਿਹੜਾ ਸਾਡਾ ਐਕਸਪੀਰੀਅੰਸ ਆ, ਅਸੀਂ ਕਿੱਥੋਂ ਸਿੱਖਣਾ ਇੱਥੇ। ਇੱਕ ਨੇਟਿਵ ਆਸਟ੍ਰੇਲੀਅਨ ਤੋਂ ਸਿੱਖਣਾ ਕਿ ਉਹ ਜੋਬ ਕਿੱਦਾਂ ਲੱਭ ਰਹੇ ਆ, ਹੈ ਨਾ। ਅਤੇ ਜਿਹੜਾ ਇੱਕ ਆਸਟ੍ਰੇਲੀਅਨ ਸਟੂਡੈਂਟ ਬੈਚਲਰ ਡਿਗਰੀ ਕਰਦਾ, ਉਹ ਵੀ ਤਾਂ ਉੱਦਾਂ ਦੀਆਂ ਪਾਰਟ ਟਾਈਮ ਜੋਬਸ ਹੀ ਕਰ ਰਿਹਾ ਸੀ ਪੜ੍ਹਨ ਵੇਲੇ, ਜਿੱਦਾਂ ਦਾ ਸਾਡੇ ਸਟੂਡੈਂਟ ਸਾਡੇ ਕਮਿਊਨਿਟੀ ਦੇ ਸਟੂਡੈਂਟ ਕਰਦੇ। ਅਤੇ ਉਹ ਕਿਉਂ ਲੱਭਦੇ? ਕਿਉਂਕਿ ਉਹ ਉਸ ਤਰ੍ਹਾਂ ਆਪਣਾ CV ਅਤੇ ਆਪਣੀ ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਆ ਉਹ ਕਰਦੇ ਆ, ਤਾਂ ਕਿ ਤੁਸੀਂ ਟੈਕਨੀਕਲ ਸਕਿੱਲਸ ਜਿਹੜੀਆਂ ਹੈ ਨਾ ਉਹ ਤਾਂ ਕਿਸੇ ਨੂੰ ਵੀ ਤੁਸੀਂ ਸਿਖਾ ਸਕਦੇ ਆ। ਬਟ ਇਹ ਜਿਹੜੀਆਂ ਸਕਿੱਲ ਆ ਪਬਲਿਕ ਸਪੀਕਿੰਗ ਵਾਲੀਆਂ, ਟੀਮ ਵਰਕਿੰਗ ਅਬਿਲਿਟੀ ਹੈ, ਇਹ ਚੀਜ਼ਾਂ ਜਿਹੜੀਆਂ ਵਿਦ ਟਾਈਮ ਹੀ ਆਉਂਦੀਆਂ। ਅਤੇ ਇਹ ਜਿਹੜਾ ਯੂਨੀਵਰਸਿਟੀ ਵਾਲਾ ਟਾਈਮ ਆ ਉਹ ਬੈਸਟ ਟਾਈਮ ਹੁੰਦਾ ਇਹ ਚੀਜ਼ਾਂ ਸਿੱਖਣ ਦੇ ਲਈ, ਚੀਜ਼ਾਂ ਲਰਨ ਕਰਨੀਆਂ, ਚੀਜ਼ਾਂ ਗ੍ਰੈਸਪ ਕਰਨੀਆਂ। ਇਹ ਵੀ ਇੱਕ ਫਾਇਦਾ ਹੈਗਾ ਜਦੋਂ ਤੁਸੀਂ ਨਾ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋ, ਤੁਸੀਂ ਅਲੱਗ-ਅਲੱਗ ਕੰਟਰੀਜ਼ ਤੋਂ ਜਿਹੜੇ ਬੱਚਿਆਂ ਨਾਲ ਪੜ੍ਹਦੇ ਹੋ, ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹਨਾਂ ਬੰਦਿਆਂ ਤੋਂ ਗ੍ਰੈਸਪ ਕਰੋ। ਜੇ ਕੋਈ ਚਾਈਨੀਜ਼ ਬੰਦਾ ਆ ਉਹ ਕਿਵੇਂ ਗੱਲ ਕਰ ਰਿਹਾ, ਜਾਂ ਕੋਈ ਲੋਕਲ ਆਸਟ੍ਰੇਲੀਅਨ ਆ, ਕੋਈ ਅਮੈਰੀਕਨ ਆ, ਕੋਈ ਕਿਸੇ ਹੋਰ ਕੰਟਰੀ ਤੋਂ, ਉਹ ਕਿਵੇਂ ਗੱਲ ਕਰਦੇ ਆ, ਇੱਕ ਦੂਜੇ ਨਾਲ ਕਿਵੇਂ ਰਿਲੇਟ ਕਰਦੇ ਆ। ਵੀ ਜ਼ਰੂਰੀ ਇਹੀ ਨਹੀਂ ਹੁੰਦਾ ਵੀ ਜੇ ਹੁਣ ਆਪਣੇ ਕਲਾਸ ਦੇ ਵਿੱਚ 10 ਬੱਚੇ ਨੇ ਅਤੇ ਉਹਦੇ ਵਿੱਚ ਸਾਡੇ 3-4 ਪੰਜਾਬੀ ਨੇ, ਵੀ ਤੁਸੀਂ ਪੰਜਾਬੀਆਂ ਦੇ ਵਿੱਚ ਹੀ ਉਹਨਾਂ ਕੋਲ ਹੀ ਬੈਠੀ ਜਾਓ। ਉਹ ਤਾਂ ਤੁਹਾਨੂੰ ਪਤਾ ਹੀ ਆ ਜਿਹੜੀਆਂ ਤੁਸੀਂ ਆਪਸ 'ਚ ਗੱਲਾਂ ਕਰਨੀਆਂ ਉਹ ਤਾਂ ਤੁਸੀਂ ਸਾਰੀ ਦਿਹਾੜੀ ਚਾਹੇ ਜੋ ਮਰਜ਼ੀ ਕਰੀ ਜਾਓ, ਪਰ ਉਹ ਟਾਈਮ ਤੁਹਾਡੇ ਕੋਲ ਲਰਨ ਕਰਨ ਦਾ ਹੈਗਾ। ਜੇ ਕੱਲ੍ਹ ਨੂੰ ਜਾ ਕੇ ਇੰਗਲਿਸ਼ ਦੀ ਰਿਕੁਆਇਰਮੈਂਟ ਵੀ ਬਹੁਤ ਜ਼ਿਆਦਾ ਵੱਧਦੀ ਆ ਅਤੇ ਤੁਹਾਡੀ ਸਪੀਕਿੰਗ ਦੇ ਵਿੱਚ, ਤੁਹਾਡੀ ਲਿਸਨਿੰਗ ਦੇ ਵਿੱਚ
ਉਹ ਚੀਜ਼ਾਂ ਕੱਲ੍ਹ ਨੂੰ ਕੰਮ ਆਉਣਗੀਆਂ। ਬਿਲਕੁਲ ਤੁਸੀਂ ਜੋਬ ਕਰਨੀ ਆ, ਤੁਸੀਂ ਕੁਛ ਵੀ ਐਕਟੀਵਿਟੀਜ਼ ਕਰਨੀਆਂ ਨੇ, ਤੁਹਾਨੂੰ ਪਤਾ ਹੋਊਗਾ ਵੀ ਉਹ ਸਾਹਮਣੇ ਵਾਲੇ ਬੰਦੇ ਕਿਹੜੇ ਤਰੀਕੇ ਨਾਲ ਸੋਚਦੇ ਆ, ਜਾਂ ਮੈਂ ਕਿਸੇ ਬੰਦੇ ਨੂੰ ਹੁਣ ਕੀ ਜਵਾਬ ਦੇਣਾ ਉੱਥੇ, ਐਟਲੀਸਟ ਤੁਹਾਨੂੰ ਹੋਊਗਾ। ਬਿਲਕੁਲ। ਅਤੇ ਕੋਈ ਹੋਰ ਚੀਜ਼ ਭਾਜੀ ਇਹਦੇ ਰਿਲੇਟਡ ਤੁਸੀਂ? ਇੱਕ ਚੀਜ਼ ਜਿਹੜੀ ਮੈਂ ਪਹਿਲਾਂ ਛੇੜੀ ਸੀ ਕਿ ਸਟੂਡੈਂਟ ਕਲੱਬਸ ਜਿਹੜੇ ਆ ਉਹ ਬਹੁਤ ਇੰਪੋਰਟੈਂਟ ਆ ਯੂਨੀਵਰਸਿਟੀ ਜਦੋਂ ਤੁਸੀਂ ਪੜ੍ਹਦੇ ਆ, ਅਤੇ ਹਰੇਕ ਯੂਨੀਵਰਸਿਟੀ ਦੇ ਵਿੱਚ 40-50 ਡਿਫਰੈਂਟ ਕਲੱਬ ਹੁੰਦੇ ਆ। ਉਸ ਚੀਜ਼ ਨੂੰ ਐਕਸਪਲੋਰ ਕਰਨਾ ਬਹੁਤ ਜ਼ਰੂਰੀ ਆ ਸਟੂਡੈਂਟਸ ਦੇ ਲਈ। ਜੇ ਤੁਸੀਂ ਯੂਨੀਵਰਸਿਟੀ ਅਟੈਂਡ ਕਰਦੇ ਆ, ਇਨ ਪਰਸਨ ਯੂਨੀਵਰਸਿਟੀ ਅਟੈਂਡ ਕਰਦੇ ਆ, ਤਾਂ ਉਹਨਾਂ ਕਲੱਬਸ ਨੂੰ ਜੁਆਇਨ ਕਰੋ। ਉਸ ਦੇ ਵਿੱਚ ਕਲਚਰਲ ਕਲੱਬਸ ਵੀ ਹੋਣੇ ਆ, ਉਸ ਦੇ ਵਿੱਚ ਟੈਕਨੀਕਲ ਕਲੱਬਸ ਵੀ ਹੋਣੇ ਆ, ਅਤੇ ਮੈਨੇਜਮੈਂਟ ਰਿਲੇਟਡ ਕਲੱਬਸ ਵੀ ਹੋਣੇ ਆ। ਉਹਨਾਂ ਹਰੇਕ ਕਲੱਬ ਦੇ ਵਿੱਚ ਉਹਨਾਂ ਦੇ ਮੰਥਲੀ ਇੱਕ ਅੱਧਾ ਇਵੈਂਟ ਹੁੰਦਾ ਆ। ਆਪਣੀ ਪਸੰਦ ਦਾ ਕਲੱਬ ਜੁਆਇਨ ਕਰੋ ਅਤੇ ਉਸ ਤੋਂ ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲੂਗਾ। ਮੈਂ ਜਦੋਂ ਯੂਨੀਵਰਸਿਟੀ ਸੀਗਾ ਤਾਂ ਮੈਂ ਟੈਕਨੀਕਲ ਕਲੱਬਸ ਜੁਆਇਨ ਕੀਤੇ ਸੀ, ਅਤੇ ਆਪਾਂ ਉੱਥੇ ਕਲਚਰਲ ਸੁਸਾਇਟੀ ਆਫ ਇੰਡੀਆ ਕਰਕੇ ਇੱਕ ਕਲੱਬ ਸੀਗਾ ਜਿਹੜਾ ਸਾਨੂੰ ਮਤਲਬ ਹੈਂਡਓਵਰ ਕੀਤਾ ਸੀ ਪੁਰਾਣੇ ਸਟੂਡੈਂਟਸ ਨੇ। ਉਸ ਦੇ ਅੰਡਰ ਆਪਾਂ ਇਵੈਂਟਸ ਕਰਾਉਂਦੇ ਸੀ ਸਮੈਸਟਰ ਦੇ ਵਿੱਚ 2 ਜਾਂ 3, ਜਿੱਦਾਂ ਇੰਡੀਅਨ ਸਟੂਡੈਂਟ ਨਾਈਟ ਜਾਂ ਇੱਦਾਂ ਦੇ ਇਵੈਂਟ ਕਰਵਾਉਂਦੇ ਸੀ। ਹਰੇਕ ਯੂਨੀਵਰਸਿਟੀ ਦੇ ਵਿੱਚ ਕਲਚਰਲ ਕਲੱਬ ਹੁੰਦੇ ਆ। ਉਸ ਚੀਜ਼ ਤੋਂ ਵੀ ਤੁਹਾਨੂੰ ਸਿੱਖਣ ਨੂੰ ਬਹੁਤ ਮਿਲਦਾ, ਬਿਕੋਜ਼ ਤੁਸੀਂ ਕਿੱਦਾਂ ਕਿਸੇ ਚੀਜ਼ ਜਾਂ ਪ੍ਰੋਗਰਾਮ ਦੀ ਮੈਨੇਜਮੈਂਟ ਕਰਦੇ ਆ, ਉਹ ਇੱਕ ਰੀਅਲ ਲਾਈਫ ਸਕਿੱਲ ਆ। ਉਹ ਸਾਰੇ ਕਲੱਬਸ ਟੈਕਨੀਕਲ ਅਤੇ ਕਲਚਰਲ ਜਿਹੜੇ ਵੀ ਪਸੰਦ ਹੈ, ਐਟਲੀਸਟ 2 ਜਾਂ 3 ਕਲੱਬ ਤੁਹਾਨੂੰ ਜੁਆਇਨ ਕਰਨੇ ਚਾਹੀਦੇ ਆ, ਕਿਉਂਕਿ ਤੁਸੀਂ ਬਾਕੀ ਸਟੂਡੈਂਟਸ ਤੋਂ ਸਿੱਖਦੇ ਆ ਉਹਦੇ ਵਿੱਚ। ਜੀ ਡੈਫੀਨੇਟਲੀ, ਕਿਉਂਕਿ ਮੈਨੇਜ ਕਰਨਾ ਵੀ ਇੱਕ ਸਕਿੱਲ ਆ, ਵੀ ਲੋਕਾਂ ਨੂੰ ਤੁਸੀਂ ਕਿਵੇਂ ਮੈਨੇਜ ਕਰਨਾ। ਕਿਉਂਕਿ ਜਦੋਂ ਆਪਾਂ ਗੱਲ ਕਰ ਰਹੇ ਹਾਂ, ਆਪਾਂ ਕਿਸੇ ਅੰਡਰ ਏਜ ਦੀ ਗੱਲ ਨਹੀਂ ਕਰ ਰਹੇ, ਆਪਾਂ ਐਡਲਟ ਦੀ ਗੱਲ ਕਰ ਰਹੇ ਹਾਂ, ਜਿਹਦਾ IQ ਤੁਹਾਡੇ ਬਰਾਬਰ ਦਾ ਵਾ, ਅਤੇ ਉਹਨੂੰ ਤੁਸੀਂ ਮੈਨੇਜ ਕਰਨਾ। ਉਹਨਾਂ ਤੋਂ ਜੇ ਤੁਸੀਂ ਕੰਮ ਵੀ ਕਰਾਉਣਾ, ਵੀ ਕਿਹੜੇ ਤਰੀਕੇ ਨਾਲ ਕੰਮ ਕਰਾਉਣਾ। ਹੁਣ ਇੱਥੇ ਦਬਕਾ ਦਾ ਚੱਲਣਾ ਨਹੀਂ ਵੀ ਓਏ ਤੂੰ ਆਹ ਕਰ ਦੇ, ਅਗਲੇ ਨੂੰ ਰਿਕੁਐਸਟ ਕਰਨੀ ਪੈਣੀ ਆ, ਅਤੇ ਕਿਹੜੇ ਤਰੀਕੇ ਨਾਲ ਕਰਨੀ ਆ ਸਾਰਾ ਕੁਛ। ਇਹ ਵੀ ਇੱਕ ਬਹੁਤ ਵਧੀਆ ਸਕਿੱਲ ਆ ਵੀ ਜੇ ਤੁਸੀਂ ਇੰਪਰੂਵ ਅੱਜ ਤੁਸੀਂ 2, 4, 5 ਬੰਦਿਆਂ ਨਾਲ ਕੰਮ ਕਰ ਰਹੇ ਹੋ, ਕੱਲ੍ਹ ਨੂੰ ਉਹੀ ਤੁਸੀਂ ਲੈਵਲ ਅਪ ਕਰਦੇ 500, 1000 ਬੰਦਾ ਤੁਸੀਂ ਗਰੋ ਕਰਦੇ ਉਹ ਲੈਵਲ ਤੱਕ ਪਹੁੰਚ ਜਾਂਦੇ ਹੋ। ਪਰ ਇਹ ਵੀ ਇੱਕ ਸਕਿੱਲਸ ਆ। ਵੱਡੀਆਂ ਕੰਪਨੀਆਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਵੀ ਲੋੜ ਹੁੰਦੀ ਆ, ਪਰ ਇਹ ਯੂਨੀਵਰਸਿਟੀ ਤੋਂ ਸਟਾਰਟ ਹੋਊਗਾ ਤਾਂ ਕਿਤੇ ਜਾ ਕੇ 10-12 ਸਾਲਾਂ ਦੇ ਵਿੱਚ ਉਹ ਸਾਹਮਣੇ ਵਾਲਾ ਬੰਦਾ ਕਿਸੇ ਵਧੀਆ ਲੈਵਲ ਦੇ ਉੱਤੇ ਪਹੁੰਚੂਗਾ। ਬਿਲਕੁਲ, ਹਾਂਜੀ ਜੀ। ਔਰ ਇਹਨਾਂ ਚੀਜ਼ਾਂ ਦੇ ਵਿੱਚ ਹੀ ਪਬਲਿਕ ਸਪੀਕਿੰਗ, ਜਿੱਦਾਂ ਮੈਂ ਪਹਿਲਾਂ ਵੀ ਇਹ ਚੀਜ਼ 'ਤੇ ਟੱਚ ਕੀਤਾ ਕਿ ਪਬਲਿਕ ਸਪੀਕਿੰਗ ਵੀ ਤੁਸੀਂ ਡਿਵੈਲਪ ਕਰਦੇ ਆ, ਜਿੱਦਾਂ ਤੁਸੀਂ ਯੂਨੀਵਰਸਿਟੀ 'ਚ ਪੜ੍ਹਦੇ ਆ, ਚਾਹੇ ਤੁਸੀਂ ਉਹ ਕਲੱਬ ਦੇ ਥਰੂ ਸਿੱਖ ਰਹੇ ਆ ਜਾਂ ਕਲਾਸ ਦੇ ਵਿੱਚ ਪ੍ਰੈਜੈਂਟੇਸ਼ਨ ਦੇ ਰਹੇ ਆ। ਇਹ ਬੜੀਆਂ ਇੰਪੋਰਟੈਂਟ ਸਕਿੱਲਸ ਆ, ਕਿਉਂਕਿ ਜਿੱਦਾਂ ਮੈਂ ਕਿਹਾ ਕਿ ਇਹ ਚੀਜ਼ਾਂ ਤੁਸੀਂ ਕਿਸੇ ਕੰਪਨੀ ਨੇ ਸਿਖਾਉਣੀਆਂ ਨਹੀਂ, ਉਹ ਐਕਸਪੈਕਟ ਕਰ ਰਹੇ ਕਿ ਤੁਸੀਂ ਇਹ ਚੀਜ਼ਾਂ ਸਿੱਖ ਕੇ ਆਓ। ਟੈਕਨੀਕਲ ਕੰਮ ਜਿਹੜਾ ਆ ਉਹ ਤੁਸੀਂ ਔਨ ਦਾ ਵਰਕ ਸਿੱਖਦੇ ਆ ਸੀਨੀਅਰ ਇੰਜੀਨੀਅਰਸ ਤੋਂ ਜਾਂ ਸੀਨੀਅਰ ਆਫਿਸਰਸ ਜਿਹੜੇ ਵੀ ਉੱਥੇ ਹੈ। ਬਟ ਜਿਹੜੀਆਂ ਪਰਸਨੈਲਿਟੀ ਸਕਿੱਲਸ ਆ ਉਹ ਸਾਰੇ ਐਕਸਪੈਕਟ ਕਰਦੇ ਕਿ ਉਹ ਐਟਲੀਸਟ ਵੈਲ ਪੋਲਿਸ਼ਡ ਪਰਸਨ ਜੁਆਇਨ ਕਰੇ। ਅਤੇ ਇਹੀ ਚੀਜ਼ਾਂ ਇੰਟਰਵਿਊ ਦਾ ਵੀ ਇੱਕ ਬੜਾ ਹੀ ਇੰਟੈਗਰਲ ਪਾਰਟ ਰਹਿੰਦੀਆਂ। ਆਸਟ੍ਰੇਲੀਆ ਦਾ ਜਿਹੜਾ ਇੰਟਰਵਿਊ ਦਾ ਕਲਚਰ ਆ ਉਹ ਥੋੜ੍ਹਾ ਡਿਫਰੈਂਟ ਆ ਇੰਡੀਆ ਦੇ ਇੰਟਰਵਿਊ ਦੇ ਕਲਚਰ ਨਾਲੋਂ। ਚਾਹੇ ਉਹ ਟੈਕਨੀਕਲ ਜੋਬ ਵੀ ਕਿਉਂ ਨਾ ਹੋਵੇ, ਤੁਸੀਂ ਅਗਰ ਇੱਕ ਗ੍ਰੈਜੂਏਟ ਇੰਜੀਨੀਅਰ ਦੀ ਜੋਬ ਦੇ ਲਈ ਇੰਟਰਵਿਊ ਜਾਂਦੇ ਆ ਤਾਂ ਤੁਹਾਨੂੰ ਉਹ ਪਰਸਨੈਲਿਟੀ ਰਿਲੇਟਡ ਕੁਐਸਚਨ ਜ਼ਿਆਦਾ ਪੁੱਛੋਗੇ। ਜੇ ਤੁਹਾਨੂੰ ਉਹ 5 ਕੁਐਸਚਨ ਪੁੱਛ ਰਿਹਾ ਇੰਟਰਵਿਊ ਦੇ ਵਿੱਚ, ਤਾਂ ਮੈਂ ਐਕਸਪੈਕਟ ਕਰੂੰਗਾ ਕਿ 3 ਤੋਂ 4 ਕੁਐਸਚਨ ਜਿਹੜੇ ਆ ਉਹ ਤੁਹਾਡੇ ਸਿਚੁਏਸ਼ਨ ਬੇਸਡ ਕੁਐਸਚਨ ਹੋਊਗੇ। ਉਸ ਨੂੰ ਉਹ ਤੁਹਾਡੀ ਟੈਕਨੀਕਲ ਸਕਿੱਲਸ ਦੇ ਨਾਲ ਲਿੰਕ ਕਰੂਗੇ। ਇੱਕ ਮੈਂ ਐਗਜ਼ਾਮਪਲ ਦਿੰਦਾ ਕਿ ਜਿਹੜਾ ਕੁਐਸਚਨ ਮੈਨੂੰ ਬਹੁਤ ਵਾਰ ਪੁੱਛਿਆ ਗਿਆ, ਮੈਂ ਅੱਜ ਤੱਕ ਕਹਿ ਲਓ ਕਿ 10-12 ਇੰਟਰਵਿਊਜ਼ ਦਿੱਤੀਆਂ ਅਲੱਗ-ਅਲੱਗ ਜੋਬਸ ਦੇ ਲਈ, ਟੈਕਨੀਕਲ ਜੋਬਸ ਦੇ ਲਈ, ਅਤੇ ਇੱਕ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਕਿ ਕੋਈ ਇੱਦਾਂ ਦੀ ਸਿਚੁਏਸ਼ਨ ਐਕਸਪਲੇਨ ਕਰੋ ਜਿੱਥੇ ਤੁਸੀਂ ਆਪਣੇ ਕੰਮ ਜਾਂ ਆਫਿਸ ਜਾਂ ਕੋਈ ਵੀ ਜਗ੍ਹਾ ਦੇ ਵਿੱਚ ਇੱਕ ਡਿਫੀਕਲਟ ਸਿਚੁਏਸ਼ਨ ਨੂੰ ਹੈਂਡਲ ਕੀਤਾ। ਹੁਣ ਡਿਫੀਕਲਟ ਸਿਚੁਏਸ਼ਨ ਜਿਹੜੀ ਆ ਉਹ ਬਹੁਤ ਤਰ੍ਹਾਂ ਦੀ ਹੋ ਸਕਦੀ ਆ, ਔਰ ਉਹ ਇਹ ਜਿਹੜਾ ਕੁਐਸਚਨ ਹੈ ਇਹ ਤੁਹਾਡੀ ਹਰੇਕ ਤਰ੍ਹਾਂ ਦੀ ਜੋਬ ਦੇ ਵਿੱਚ ਐਪਲੀਕੇਬਲ ਆ। ਚਾਹੇ ਤੁਸੀਂ ਇੱਕ ਰੈਸਟੋਰੈਂਟ ਦੇ ਵਿੱਚ ਜੋਬ ਕੀਤੀ ਆ, ਚਾਹੇ ਤੁਸੀਂ ਇੱਕ ਸ਼ਾਪਿੰਗ ਸੈਂਟਰ ਦੇ ਵਿੱਚ ਜੋਬ ਕੀਤੀ ਆ, ਕਲੀਨਿੰਗ ਦੇ ਵਿੱਚ ਜੋਬ ਕੀਤੀ ਆ, ਜਾਂ ਤੁਸੀਂ ਕੋਈ ਇੰਟਰਨਸ਼ਿਪ ਕੀਤੀ ਆ, ਟੈਕਨੀਕਲ ਜੋਬ ਕੀਤੀ ਆ। ਇਹਦੇ ਵਿੱਚ ਮੈਂ ਸੌਰੀ ਤੁਹਾਨੂੰ ਟੋਕ ਰਿਹਾ, ਜਦੋਂ ਉਹਨਾਂ ਮਤਲਬ ਸਾਹਮਣੇ ਵਾਲੇ ਜਿਹੜਾ ਇੰਟਰਵਿਊ ਕਰ ਰਿਹਾ ਸੀਗਾ ਉਹਨੇ ਪੁੱਛਿਆ ਡਿਫੀਕਲਟ ਸਿਚੁਏਸ਼ਨ ਦੱਸੋ। ਹੁਣ ਮੈਨੂੰ ਲੱਗਦਾ ਡਿਫੀਕਲਟ ਸਿਚੁਏਸ਼ਨ
ਜਦ ਬੰਦੇ ਨੇ ਇਹ ਦੱਸਣਾ ਵੀ ਮੇਰੇ ਵਾਸਤੇ ਕਿਹੜੀ ਚੀਜ਼ ਡਿਫਿਕਲਟ ਆ, ਜੇ ਮੈਂ ਤੁਹਾਨੂੰ ਦੱਸੂੰਗਾ ਵੀ ਮੇਰੇ ਵਾਸਤੇ ਆਹ ਚੀਜ਼ ਡਿਫਿਕਲਟ ਆ, ਤੁਸੀਂ ਮੇਰੀ ਕੇਪੇਬਿਲਿਟੀਜ਼ ਜੱਜ ਕਰ ਸਕਦੇ ਹੋ ਉਸ ਚੀਜ਼ ਤੋਂ ਵੀ ਮੈਂ ਕਿੱਥੇ ਜਾ ਕੇ ਸਟੱਕ ਹੋ ਸਕਦਾ ਜਾਂ ਕਿਹੜੀ ਚੀਜ਼ ਮੈਨੂੰ ਡਿਫਿਕਲਟ ਲੱਗਦੀ ਆ। ਕੀ ਪਤਾ ਬਹੁਤ ਛੋਟੀ ਚੀਜ਼ ਮੈਨੂੰ ਡਿਫਿਕਲਟ ਲੱਗਦੀ ਹੋਵੇ, ਮਤਲਬ ਇਹੋ ਜਿਹੇ ਕੇਸਿਸ ਦੇ ਵਿੱਚ ਤੁਸੀਂ ਜੱਜ ਕਰ ਸਕਦੇ ਹੋ ਵੀ ਕੱਲ੍ਹ ਨੂੰ ਜੇ ਇਹਦੇ ਨਾਲ ਇਹ ਤਾਂ ਸਿਰਫ ਇੰਨੇ ਕੁ ਹੀ ਰਹਿ ਗਿਆ, ਬਿਲਕੁਲ ਹਾਂਜੀ, ਵੀ ਜੇ ਕੱਲ੍ਹ ਨੂੰ ਇਹਦੇ 'ਤੇ ਵੱਡਾ ਪ੍ਰੈਸ਼ਰ ਆ ਗਿਆ ਇਹਨੇ ਤਾਂ ਇੱਥੇ ਸਾਡਾ ਕੰਮ ਖਰਾਬ ਕਰ ਦੇਣਾ। ਬਿਲਕੁਲ ਸਹੀ ਪਿਕ ਕੀਤਾ ਤੁਸੀਂ। ਔਰ ਦੂਜਾ ਇਹ ਹੈ ਵੀ ਉਹ ਤੁਹਾਡੇ ਆਨਸਰ ਦੇ ਵਿੱਚੋਂ ਲੱਭਣਾ ਚਾਹੁੰਦੇ ਆ ਕਿ ਤੁਸੀਂ ਉਸ ਸਿਚੁਏਸ਼ਨ ਨੂੰ ਰਿਸਪੌਂਡ ਕੀਤਾ ਜੀ। ਇਹ ਜਿਹੜੇ ਕੁਐਸਚਨਸ ਹੁੰਦੇ ਆ ਇਹਨਾਂ ਨੂੰ ਨਾਰਮਲੀ ਆਪਾਂ ਟੈਕਨੀਕਲ ਟਰਮਸ ਦੇ ਵਿੱਚ ਬਿਹੇਵੀਅਰਲ ਬੇਸਡ ਇੰਟਰਵਿਊਜ਼ ਕਹਿੰਦੇ ਆ ਕਿ ਜਿਸ 'ਤੇ ਉਹ ਤੁਹਾਡੀ ਪਰਸਨੈਲਿਟੀ ਜੱਜ ਕਰਦੇ ਆ। ਓਕੇ। ਅਤੇ ਇਹਨਾਂ ਕੁਐਸਚਨਸ ਨੂੰ ਇੱਕ ਸਟਾਰ ਬੇਸਡ ਅਪਰੋਚ ਦੇ ਨਾਲ ਆਨਸਰ ਕੀਤਾ ਜਾਂਦਾ ਅਗਰ ਅਤੇ ਹੁਣ ਸਟਾਰ ਬੇਸਡ ਅਪਰੋਚ ਇਹ ਆ ਕਿ ਐਸ ਫॉर ਸਿਚੁਏਸ਼ਨ, ਟੀ ਫॉर ਟਾਸਕ, ਏ ਫॉर ਐਕਸ਼ਨ ਅਤੇ ਆਰ ਫॉर ਰਿਜ਼ਲਟ। ਅਤੇ ਕੋਈ ਵੀ ਬਿਹੇਵੀਅਰਲ, ਜਿੱਦਾਂ ਹੁਣ ਇਹ ਇੱਕ ਡਿਫੀਕਲਟ ਸਿਚੁਏਸ਼ਨ ਵਾਲਾ ਕੁਐਸਚਨ ਸੀ ਕਿ ਉਹ ਸਿਚੁਏਸ਼ਨ ਕਿੱਦਾਂ ਦੀ ਸੀ, ਉਸ ਦੇ ਵਿੱਚ ਤੁਸੀਂ ਐਕਚੁਅਲ 'ਚ ਟਾਸਕ ਕੀ ਸੀ ਜਾਂ ਕੰਮ ਕੀ ਕਰ ਰਹੇ ਸੀ, ਅਤੇ ਉਸ ਚੀਜ਼ ਨੂੰ ਰਿਸਪੌਂਡ ਕਰਨ ਦੇ ਲਈ ਤੁਸੀਂ ਐਕਸ਼ਨ ਕੀ ਲਿਆ ਉਹ ਡਿਫੀਕਲਟ ਸਿਚੁਏਸ਼ਨ ਨੂੰ ਹੈਂਡਲ ਕਰਨ ਦੇ ਲਈ, ਅਤੇ ਫਾਈਨਲੀ ਉਹਦਾ ਰਿਜ਼ਲਟ ਕੀ ਸੀ। ਹੁਣ ਇਸ ਦੇ ਰਿਲੇਟਡ ਬਹੁਤ ਸਾਰੇ ਕੁਐਸਚਨ ਆ। ਡਿਫੀਕਲਟ ਸਿਚੁਏਸ਼ਨ ਹੋ ਗਿਆ, ਜਾਂ ਤੁਸੀਂ ਕਿਸੇ ਇੱਦਾਂ ਦੇ ਇੰਪਲੋਈ ਦੇ ਨਾਲ ਹੈਂਡਲ ਕੀਤਾ ਜਿਹੜਾ ਜ਼ਿਆਦਾ ਹੈਲਪ ਨਹੀਂ ਕਰਦਾ ਸੀ, ਜਾਂ ਆਪਣੀ ਪੰਜਾਬੀ ਲੈਂਗੁਏਜ ਦੇ ਵਿੱਚ ਬੋਲੀਏ ਕਿ ਅੜੀ ਬਹੁਤ ਕਰਦਾ ਸੀ। ਇਸ ਤਰ੍ਹਾਂ ਦੇ ਕੁਐਸਚਨ ਬਹੁਤ ਹੁੰਦੇ ਆ। ਜਾਂ ਫਿਰ ਇੱਦਾਂ ਦੇ ਕੁਐਸਚਨ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਇੱਕ ਟਾਈਮ 'ਤੇ ਮੈਨੇਜ ਕੀਤਾ, ਇਹ ਵੀ ਇੱਕ ਸਿਚੁਏਸ਼ਨ ਬੇਸਡ ਕੁਐਸਚਨ ਹੈ। ਅਤੇ ਅਗਰ ਅਸੀਂ ਗੂਗਲ 'ਤੇ ਸਿੰਪਲ ਬਿਹੇਵੀਅਰਲ ਬੇਸਡ ਕੁਐਸਚਨ ਸਰਚ ਕਰੀਏ ਤਾਂ 15-20 ਤੁਹਾਨੂੰ ਕੁਐਸਚਨ ਇੱਦਾਂ ਦੇ ਮਿਲ ਜਾਣੇ ਜਿਹੜੇ ਬਹੁਤ ਹੀ ਕਾਮਨਲੀ ਰਿਪੀਟ ਹੁੰਦੇ ਆ। ਹੁਣ ਇਹੀ ਚੀਜ਼ ਤੁਸੀਂ ਕੋਈ ਵੀ ਜੋਬ ਅਪਲਾਈ ਕਰਦੇ ਆ, ਚਾਹੇ ਉਹ ਪਾਰਟ ਟਾਈਮ ਜੋਬ ਹੈ, ਨੋਨ ਟੈਕਨੀਕਲ ਜੋਬ ਹੈ, ਚਾਹੇ ਉਹ ਇੱਕ ਫੁੱਲ ਟਾਈਮ ਟੈਕਨੀਕਲ ਜੋਬ ਹੈ, ਇਹਨਾਂ ਸਾਰੇ ਕੁਐਸਚਨਸ ਨੂੰ ਤੁਸੀਂ ਉਹਨਾਂ ਫੀਲਡਸ ਦੇ ਨਾਲ ਰਿਲੇਟ ਕਰ ਸਕਦੇ ਆ। ਅਤੇ ਇਸ ਕਰਕੇ ਇਹ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਆਪਣੇ ਜੋ ਵੀ ਕੰਮ ਕਰਦੇ ਆ ਉਸ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚ ਵੀ ਲੈ ਕੇ ਆਓ, ਤਾਂ ਕਿ ਲੇਟਰ ਔਨ ਤੁਹਾਨੂੰ ਪਤਾ ਨਹੀਂ ਕਿਹੜਾ ਜਿਹੜੀ ਸਿਚੁਏਸ਼ਨ ਆ ਤੁਹਾਡੇ ਲਈ ਕਦੋਂ ਹੈਲਪਫੁਲ ਹੋ ਜਾਵੇ, ਕਿਉਂਕਿ ਉਹ ਜੋ ਵੀ ਅਸੀਂ ਡੇਲੀ ਕਰ ਰਹੇ ਹਾਂ ਉਹ ਇੱਕ ਤਰ੍ਹਾਂ ਦੀ ਲਰਨਿੰਗ ਬਣ ਕੇ ਲੇਟਰ ਔਨ ਸਾਨੂੰ ਹੈਲਪ ਤਾਂ ਕਰਦੀ ਆ। ਹਾਂਜੀ। ਅਤੇ ਭਾਅ ਜੀ ਤੁਸੀਂ ਕਿਹਾ ਵੀ ਤੁਸੀਂ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹੋ, ਸਰਕਾਰੀ ਡਿਪਾਰਟਮੈਂਟ ਦੇ ਵਿੱਚ, ਅਤੇ ਜਿਹੜਾ ਤੁਸੀਂ ਏਅਰ ਪੋਲਿਊਸ਼ਨ ਉਹ ਤੁਹਾਡਾ ਡਿਪਾਰਟਮੈਂਟ ਆ। ਹਾਂਜੀ। ਜੇ ਇਹਨੂੰ ਬਹੁਤ ਘੱਟ ਚੀਜ਼ਾਂ ਦੇ ਵਿੱਚ ਐਕਸਪਲੇਨ ਕਰਨਾ ਹੋਵੇ ਜਾਂ ਮੋਟਾ ਐਕਸਪਲੇਨ ਕਰਨਾ ਹੋਵੇ ਤਾਂ ਜ਼ਿਆਦਾਤਰ ਜਿਹੜੇ ਮੈਜਰਸ ਹੁੰਦੇ ਨੇ ਜਾਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ, ਜਾਂ ਕਿਹੜੀਆਂ ਚੀਜ਼ਾਂ ਤੁਸੀਂ ਨੋਰਮਲ ਕਰਦੇ ਹੋ, ਜਿਹੜੀਆਂ ਚੀਜ਼ਾਂ ਤੁਸੀਂ ਸਿੱਖੀਆਂ ਨੇ ਯਾਰ ਵੀ ਇੱਦਾਂ ਵੀ ਹੁੰਦਾ ਵੀ, ਤਾਂ ਹੀ ਆਪਾਂ ਕਹਿ ਸਕਦੇ ਹਾਂ ਵੀ ਇਹ ਆਪਾਂ ਨੂੰ ਮੌਸਮ ਸਾਫ਼ ਹੋਣ ਪਿੱਛੇ ਉਹ ਬਹੁਤ ਛੋਟੀਆਂ ਚੀਜ਼ਾਂ ਦਾ ਇੱਥੇ ਲੋਕ ਖਿਆਲ ਰੱਖਦੇ ਹਨ ਜਿਹੜਾ ਸ਼ਾਇਦ ਆਪਣੇ ਇੰਡੀਆ ਦੇ ਵਿੱਚ ਨਹੀਂ ਰੱਖਦੇ ਹੈਗੇ। ਉਹ ਕਿਹੜੀਆਂ ਚੀਜ਼ਾਂ ਨੇ? ਇੱਕ ਦੋ ਤਰ੍ਹਾਂ ਦੇ ਇਹਦੇ ਵਿੱਚ ਸਟੈਪਸ ਆ ਜਾਂ ਮੈਜਰਸ ਆ। ਇੱਕ ਤਾਂ ਪਰਸਨਲ ਲੈਵਲ 'ਤੇ ਹੈ, ਇੱਕ ਤਾਂ ਦੂਜੇ ਹੈ ਕਮਿਊਨਿਟੀ ਲੈਵਲ 'ਤੇ ਜਾਂ ਜੋ ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਕਰਦੀ ਆ। ਬਟ ਪਰਸਨਲ ਲੈਵਲ 'ਤੇ ਇਹ ਆ ਕਿ ਲੋਕ ਜਿੰਨੇ ਮੇਰੇ ਸਰਕਲ ਦੇ ਵਿੱਚ ਜਾਂ ਮੈਂ ਅਲੱਗ-ਅਲੱਗ ਜੋਬਸ ਕੀਤੀਆਂ ਉਹਦੇ ਵਿੱਚ ਦੇਖਿਆ ਕਿ ਲੋਕ ਆਪਣਾ ਕਾਰਬਨ ਫੁੱਟਪ੍ਰਿੰਟ ਰਿਡਿਊਸ ਕਰਨ ਦੇ ਲਈ ਬਹੁਤ ਜ਼ਿਆਦਾ ਐਕਟਿਵ ਹੈ। ਤੁਸੀਂ ਕਿਤੇ ਵੀ ਜਾਂਦੇ ਆ ਐਜ਼ ਅ ਹਿਊਮਨ ਤੁਸੀਂ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਕਰ ਰਹੇ ਆ। ਜਿੱਦਾਂ ਕਿ ਇੱਕ ਐਗਜ਼ਾਮਪਲ ਦਿੰਦਾ ਕਿ ਮੇਰੇ ਨਾਲ ਇੱਕ ਇੰਪਲੋਈ ਸੀ ਜੋ ਐਟਲੀਸਟ ਮੇਕ ਸ਼ੋਰ ਕਰਦੇ ਸੀ ਕਿ ਇੱਕ ਦਿਨ ਉਹ ਸਾਈਕਲ 'ਤੇ ਆਵੇ ਕੰਮ ਦੇ 5 ਦਿਨ ਦੇ ਵਿੱਚੋਂ। ਅਤੇ ਉਹ ਕਹਿ ਰਹੇ ਉਹਨਾਂ ਦਾ ਇੱਕ ਇਹ ਫਿਲੋਸਫੀ ਸੀ ਕਿ ਜੇ ਮੈਂ 5 ਦਿਨ 'ਚੋਂ ਇੱਕ ਦਿਨ ਸਾਈਕਲ 'ਤੇ ਆਵਾਂ ਤਾਂ ਮੇਰਾ 20% ਜਿਹੜੇ ਆ ਉਹ ਟਰਾਂਸਪੋਰਟ ਐਮਿਸ਼ਨਸ ਜਿਹੜੇ ਕੰਮ ਦੇ ਆ ਉਹ ਰਿਡਿਊਸ ਹੋ ਰਹੇ ਆ। ਅਤੇ ਇਹ ਅਗੇਨ ਕਿ ਇੱਕ ਬੜੀ ਫਿਲੋਸਫੀਕਲ ਗੱਲ ਲੱਗਦੀ ਆ ਸੁਣਨ 'ਚ। ਕਈ ਲੋਕ ਇਹ ਵੀ ਕਹੋਗੇ ਕਿ ਇੱਕ ਬੰਦੇ ਦੇ ਕਰਨ ਦੇ ਨਾਲ ਕਿੱਥੇ ਫ਼ਰਕ ਪੈਣਾ, ਬਟ ਇਹ ਐਕਚੁਅਲ 'ਚ ਕੀ ਆ ਕਿ ਜਦੋਂ ਅਸੀਂ ਆਪਣੇ ਪਰਸਨਲ ਲੈਵਲ 'ਤੇ ਕੋਸ਼ਿਸ਼ ਕਰਦੇ ਹਾਂ ਤਾਂ ਸਾਰੇ ਜਦੋਂ ਉਸ ਚੀਜ਼ 'ਚ ਕੰਟਰੀਬਿਊਟ ਕਰਦੇ ਹਾਂ ਤਾਂ ਉਹ ਡੈਫੀਨੇਟਲੀ ਹੈਲਪ ਕਰਦਾ। ਸਹੀ ਗੱਲ ਭਾਈ। ਅਤੇ ਇਹ ਮਾਈਂਡਸੈਟ ਬਹੁਤ ਜ਼ਰੂਰੀ ਆ ਜਿਹੜਾ ਕਿ ਮੈਂ ਇੱਥੇ ਐਕਚੁਅਲੀ ਐਕਸਪੀਰੀਅੰਸ ਕੀਤਾ ਆਪਣੇ ਇੰਡੀਆ ਦੇ ਵਿੱਚ ਜਾਂ ਇੱਥੇ ਦੇ ਲੋਕਾਂ ਦੇ ਵਿੱਚ, ਕਿ ਲੋਕ ਆਪਣੇ ਪਰਸਨਲ ਲੈਵਲ 'ਤੇ ਕੋਸ਼ਿਸ਼ ਕਰਨ ਦੇ ਲਈ ਬਹੁਤ ਇੱਛੁਕ ਆ ਅਤੇ ਉਸ ਚੀਜ਼ 'ਤੇ ਟਰਾਈ ਕਰਦੇ ਜ਼ਿਆਦਾ ਤੋਂ ਜ਼ਿਆਦਾ। ਸਰਕਾਰਾਂ 'ਤੇ ਨਹੀਂ ਛੱਡਦੇ ਜੀ।
ਅਤੇ ਦੂਜੀ ਗੱਲ, ਜੇ ਅਸੀਂ ਸਰਕਾਰੀ ਲੈਵਲ 'ਤੇ ਜਾਂ ਕੰਪਨੀਜ਼ ਦੇ ਲੈਵਲ 'ਤੇ ਕਰੀਏ ਤਾਂ ਸਰਕਾਰ ਇੱਥੇ ਦੀ ਬਹੁਤ ਜ਼ਿਆਦਾ ਸਟ੍ਰਿਕਟ ਆ ਚੀਜ਼ ਨੂੰ, ਉਹ ਕੰਟਰੋਲ ਨਹੀਂ ਕਰਨਾ ਚਾਹੁੰਦੇ, ਉਹ ਚੀਜ਼ ਨੂੰ ਸ਼ੁਰੂ ਤੋਂ ਖ਼ਤਮ ਕਰਨਾ ਚਾਹੁੰਦੇ ਆ, ਰੈਗੂਲੇਟ ਕਰਨ ਦਾ ਸੋਲਿਊਸ਼ਨ ਲੱਭਦੇ ਆ ਰਾਦਰ ਦੈਨ ਕਿ ਉਸਨੂੰ ਅਸੀਂ ਬਾਅਦ ਵਿੱਚ ਕੰਟਰੋਲ ਕਰੀਏ, ਕਿਉਂਕਿ ਉਹ ਹਾਇਰਾਰਕੀ ਦੇ ਵਿੱਚ ਕੰਟਰੋਲ ਜਿਹੜਾ ਆ ਉਹ ਸਭ ਤੋਂ ਥੱਲੇ ਰੱਖਿਆ ਜਾਂਦਾ। ਉਸ ਚੀਜ਼ ਨੂੰ ਕੋਸ਼ਿਸ਼ ਕੀਤੀ ਜਾਂਦੀ ਕਿ ਉਹ ਪੈਦਾ ਹੀ ਨਾ ਹੋਵੇ। ਜੇ ਅਸੀਂ ਪੋਲਿਊਸ਼ਨ ਦੀ ਗੱਲ ਕਰੀਏ ਤਾਂ ਐਕਟੀਵਿਟੀਜ਼ ਇੱਦਾਂ ਦੀਆਂ ਮੈਨੇਜ ਕੀਤੇ ਜਾਂਦੀਆਂ ਕਿ ਉਸ ਚੀਜ਼ ਨੂੰ ਸ਼ੁਰੂ ਤੋਂ ਹੀ ਮਿਨੀਮਾਈਜ਼ ਕੀਤਾ ਜਾਵੇ। ਜਿੱਦਾਂ ਮੈਂ ਕੰਸਲਟਿੰਗ ਦੇ ਵਿੱਚ ਪਹਿਲਾਂ ਕੰਮ ਕਰਦਾ ਸੀ, ਇਨਵਾਇਰਮੈਂਟਲ ਕੰਸਲਟਿੰਗ ਦੇ ਵਿੱਚ, ਅਤੇ ਇੱਕ ਮੈਂ ਪ੍ਰੋਜੈਕਟ ਕੀਤਾ ਸੀ ਨਿਊ ਸਾਊਥ ਵੇਲਸ ਦੇ ਇੱਕ ਵਿਲੇਜ ਦਾ, ਕੈਸੀਨੋ ਕਰਕੇ ਜਗ੍ਹਾ ਆ, ਬੜਾ ਰੀਜਨਲ ਟਾਊਨ ਹੈ। ਉਸ ਦੇ ਵਿੱਚ ਇੱਕ ਪੈਟਰੋਲ ਪੰਪ ਦਾ ਪ੍ਰੋਜੈਕਟ ਸੀਗਾ, ਸੌਰੀ ਨਹੀਂ, ਇੱਕ ਚਾਈਲਡ ਕੇਅਰ ਸੈਂਟਰ ਦਾ ਪ੍ਰੋਜੈਕਟ ਸੀ ਜਿਹੜਾ ਇੱਕ ਪੈਟਰੋਲ ਪੰਪ ਦੇ ਨੇੜੇ ਸੀਗਾ। ਅਤੇ ਉਸ ਚੀਜ਼ ਦੇ ਵਿੱਚ ਹੁਣ ਚਾਈਲਡ ਕੇਅਰ ਸੈਂਟਰ, ਜਿਹੜੇ ਲੋਕ ਇਸ ਡਿਵੈਲਪਮੈਂਟ ਦੀ ਫੀਲਡ ਦੇ ਵਿੱਚ ਆ ਉਹ ਜਾਣਦੇ ਹੋਗੇ ਕਿ ਚਾਈਲਡ ਕੇਅਰ ਸੈਂਟਰ ਦੇ ਵਿੱਚ ਇਨਡੋਰ ਕਲਾਸਿਸ ਵੀ ਹੁੰਦੀਆਂ ਅਤੇ ਆਊਟਡੋਰ ਪਲੇ ਏਰੀਆਜ਼ ਵੀ ਹੁੰਦੇ ਆ। ਅਤੇ ਜਿਹੜੇ ਓਰੀਜਨਲ ਪਲਾਨ ਸੀਗੇ, ਆਰਕੀਟੈਕਚਰ ਪਲਾਨ ਸੀਗੇ, ਉਸ ਦੇ ਵਿੱਚ ਕੀ ਸੀਗਾ, ਜਿਹੜਾ ਆਊਟਡੋਰ ਪਲੇ ਏਰੀਆ ਸੀਗਾ ਉਹ ਪੈਟਰੋਲ ਪੰਪ ਦੇ ਜਿਹੜੇ ਐਗਜ਼ੌਸਟ ਵੈਂਟ ਸੀਗੇ ਉਹਨਾਂ ਦੇ ਨਜ਼ਦੀਕ ਸੀਗਾ। ਹਰੇਕ ਸਿਟੀ ਦੀ ਜਿਹੜੀ ਕਾਊਂਸਲ ਹੁੰਦੀ ਆ ਉਹਨਾਂ ਦੀ ਆਪਣੀ ਇੱਕ ਡਿਵੈਲਪਮੈਂਟ ਗਾਈਡਲਾਈਨ ਹੁੰਦੀ ਆ, ਜਿਸ ਦੇ ਵਿੱਚ ਤੁਹਾਨੂੰ ਇੱਕ ਡਿਸਟੈਂਸਿਸ ਦਿੱਤੇ ਜਾਂਦੇ ਕਿ ਤੁਸੀਂ ਇੰਨੀ ਦੂਰੀ ਬਣਾ ਕੇ ਰੱਖਣੀ ਆ ਕਿਸੇ ਵੀ ਇੰਡਸਟਰੀ ਤੋਂ, ਕਿਸੇ ਵੀ ਐਮਿਸ਼ਨ ਸੋਰਸ ਤੋਂ। ਰੋਡ ਵੀ ਇੱਕ ਐਮਿਸ਼ਨ ਸੋਰਸ ਹੈ ਕਿਉਂਕਿ ਟਰਾਂਸਪੋਰਟੇਸ਼ਨ ਐਮਿਸ਼ਨ ਉੱਥੇ ਹੁੰਦੇ ਆ। ਅਤੇ ਜਦੋਂ ਆਪਾਂ ਉੱਥੇ ਦੀ ਏਅਰ ਕੁਆਲਿਟੀ ਦੀ ਮੋਡਲਿੰਗ ਕੀਤੀ ਫਿਊਚਰ ਸਿਨਾਰੀਓਜ਼ ਦੇ ਵਿੱਚ, ਅਤੇ ਆਪਾਂ ਦੇਖਿਆ ਕਿ ਉੱਥੇ ਜ਼ਿਆਦਾ ਐਮਿਸ਼ਨਸ ਸੀਗੇ ਆਊਟਡੋਰ ਪਲੇ ਏਰੀਆ ਦੇ ਵਿੱਚ। ਅਤੇ ਫਿਰ ਉਹਨਾਂ ਨੇ ਕਿਹਾ ਹੋਇਆ ਕਿ ਉਹ ਕੰਸਲਟੇਸ਼ਨ ਹੋਈ ਓਪਨ ਡਿਵੈਲਪਰ ਦੀ, ਅਤੇ ਜਿਹੜਾ ਐਕਚੁਅਲ ਜਿਨ੍ਹਾਂ ਦਾ ਚਾਈਲਡ ਕੇਅਰ ਸੈਂਟਰ ਜਿਨ੍ਹਾਂ ਨੇ ਬਾਅਦ ਵਿੱਚ ਓਪਰੇਟ ਕਰਨਾ ਸੀ ਅਤੇ ਪੈਟਰੋਲ ਪੰਪ ਦਾ, ਅਤੇ ਬਾਅਦ ਵਿੱਚ ਉਹ ਮਿਊਚੁਅਲੀ ਇੱਕ ਡਿਸਕਸ਼ਨ ਕੀਤੀ ਕਿ ਰਿਜ਼ਲਟ ਆਇਆ ਕਿ ਆਪਾਂ ਆਊਟਡੋਰ ਜਿਹੜਾ ਪਲੇ ਏਰੀਆ ਸੀ ਉਹਨੂੰ ਮੂਵ ਕਰਨਾ ਦੂਜੇ ਪਾਸੇ, ਅਤੇ ਪੈਟਰੋਲ ਪੰਪ ਦੇ ਨੇੜੇ ਆਪਾਂ ਚਾਈਲਡ ਕੇਅਰ ਸੈਂਟਰ ਦੀ ਕਾਰ ਪਾਰਕਿੰਗ ਬਣਾਵਾਂਗੇ। ਤਾਂ ਉਸ ਦੇ ਵਿੱਚ ਕੀ ਆ ਕਿ ਆਪਾਂ ਉਹਨਾਂ ਨੇ ਪਹਿਲਾਂ ਹੀ ਉਸ ਚੀਜ਼ ਨੂੰ, ਪ੍ਰੋਬਲਮ ਨੂੰ ਓਰੀਜੀਨੇਟ ਹੋਣ ਤੋਂ ਹੀ ਰੋਕ ਦਿੱਤਾ। ਅਤੇ ਇਹ ਇੱਕ ਟਿਪੀਕਲ ਐਗਜ਼ਾਮਪਲ ਸੀ। ਅਤੇ ਇੱਦਾਂ ਦੀ ਅਪਰੋਚ ਲੈ ਕੇ ਸਰਕਾਰਾਂ ਇੱਥੇ ਚੱਲਦੀਆਂ ਕਿ ਚੀਜ਼ ਨੂੰ ਕੰਟਰੋਲ ਕਰਨ ਦੀ ਜਿਹੜੀ ਆ ਉਹ ਬਾਅਦ ਵਿੱਚ ਦੇਖੀ ਜਾਵੇ, ਪਹਿਲਾਂ ਉਹਨੂੰ ਓਰੀਜੀਨੇਟ ਹੀ ਨਾ ਹੋਣ ਦਿੱਤਾ ਜਾਵੇ, ਉਹ ਮਿਨੀਮਾਈਜ਼ਡ ਰੱਖਿਆ ਜਾਵੇ। ਅਤੇ ਮਤਲਬ ਚਾਈਲਡ ਕੇਅਰ ਸੈਂਟਰ ਬਣਨ ਤੋਂ ਪਹਿਲਾਂ ਜਦੋਂ ਉਹਦੇ ਪਲਾਨ ਗਏ ਅਤੇ ਉਹਦੇ ਸਾਹਮਣੇ ਇੱਕ ਪੈਟਰੋਲ ਸਟੇਸ਼ਨ ਸੀਗਾ, ਅਤੇ ਉਹਦੇ ਸਿਰਫ ਪੈਟਰੋਲ ਸਟੇਸ਼ਨ ਦੇ ਵੈਂਟਸ ਕਰਕੇ, ਜਿੱਥੋਂ ਉਹਨਾਂ ਨੇ ਹਵਾ ਵਗੈਰਾ ਬਾਹਰ ਆ ਰਹੀ ਸੀਗੀ, ਉਹਦੇ ਕਰਕੇ ਉਹਨਾਂ ਨੂੰ ਚਾਈਲਡ ਕੇਅਰ ਦਾ ਸਾਰਾ ਪਲਾਨ ਹੀ ਚੇਂਜ ਕਰਨਾ ਪਿਆ। ਬਿਲਕੁਲ ਹੁਣ ਇੱਥੇ ਸਾਡੀ ਕਮਿਊਨਿਟੀ ਦੇ ਕੰਟੈਕਸਟ ਵਿੱਚ ਮੈਂ ਮਤਲਬ ਬਹੁਤ ਤੇਜ਼ ਸੁਣਦਾ ਇਹ ਗੱਲ, ਜਦੋਂ ਮੈਂ ਆਪਣੇ ਫਰੈਂਡ ਸਰਕਲ ਦੇ ਵਿੱਚ ਜਾਂ ਰਿਸ਼ਤੇਦਾਰਾਂ ਦੇ ਨਾਲ ਜਾਂ ਇੰਡੀਆ ਕਿਸੇ ਨਾਲ ਗੱਲ ਕਰਦਾ, ਉਹ ਕਹਿ ਦਿੰਦੇ ਕਿ ਇੰਡੀਆ ਹੁੰਦਾ ਤਾਂ ਚਾਈਲਡ ਕੇਅਰ ਵਾਲਿਆਂ ਨੇ ਪੈਸਾ ਦੇ ਦੇਣਾ ਸੀ ਸਰਕਾਰ ਨੂੰ। ਇਹ ਇੱਕ ਮਤਲਬ ਇਹ ਵੈਸੇ ਬਹੁਤ ਮਾੜੀ ਗੱਲ ਆ ਕਿ ਸਾਡੇ ਕਲਚਰ ਵਾਸਤੇ ਇੱਕ ਪਰਸੈਪਸ਼ਨ ਬਣੀ ਹੋਈ ਆ, ਬਟ ਉਸ ਚੀਜ਼ 'ਤੇ ਮੈਂ ਫਿਰ ਦੁਬਾਰਾ ਆਉਂਦਾ ਕਿ ਪਰਸਨਲ ਲੈਵਲ 'ਤੇ ਵੀ ਹਰ ਕੋਈ ਇੱਕ ਸੋਲਿਊਸ਼ਨ ਲੱਭਣਾ ਚਾਹੁੰਦਾ ਕਿ ਅਸੀਂ ਇਨਵਾਇਰਮੈਂਟ ਨੂੰ ਕੰਜ਼ਰਵ ਕਿੱਦਾਂ ਕਰ ਸਕਦੇ ਹਾਂ। ਕਿਉਂਕਿ ਤੁਸੀਂ ਨਿਊਜ਼ ਦੇ ਵਿੱਚ ਵੀ ਸੁਣਿਆ ਹੋਣਾ ਕਿ ਹਰੇਕ ਵੱਡੀ ਕੰਪਨੀ, ਹਰੇਕ ਕੋਈ ਸਰਕਾਰ 2030 ਅਤੇ 2050 ਦੇ ਲਈ ਪਲਾਨ ਕਰ ਰਹੀ ਆ ਕਿ ਆਪਾਂ ਕਲਾਈਮੇਟ ਚੇਂਜ ਦੇ ਜਿਹੜੇ ਰਾਈਜ਼ਿੰਗ ਟੈਂਪਰੇਚਰਸ ਆ ਉਹਨਾਂ ਨੂੰ ਕਿੱਦਾਂ ਕੰਟਰੋਲ ਕਰਨਾ, ਅਤੇ ਐਂਡ ਆਫ ਦਾ ਡੇ ਉਹ ਸਾਡੇ ਐਕਟੀਵਿਟੀਜ਼ ਦੇ ਨਾਲ ਹੀ ਲਿੰਕ ਕਰਦੇ ਆ। ਸੋ ਪਰਸਨਲ ਲੈਵਲ 'ਤੇ ਜਿਹੜੀ ਰਿਸਪੋਂਸੀਬਿਲਿਟੀ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ। ਇਹਦੇ ਕਾਫੀ ਚੀਜ਼ਾਂ ਨੇ ਇਹਦੇ ਵਿੱਚ। ਮੇਰਾ ਖੁਦ ਦਾ ਪਲਾਨ ਸੀਗਾ, ਪਰ ਮੈਨੂੰ ਲੱਗਦਾ ਵੀ ਉਸ ਚੀਜ਼ ਵਾਸਤੇ ਰੀਸੋਰਸਿਸ ਕਾਫੀ ਚਾਹੀਦੇ ਆ, ਵੀ ਜਾਂ ਤਾਂ ਯੂਨੀਵਰਸਿਟੀਜ਼, ਸਾਡੀ ਕੋਸ਼ਿਸ਼ ਹੋਊਗੀ ਇਨ ਫਿਊਚਰ ਦੇ ਵਿੱਚ ਵੀ ਯੂਨੀਵਰਸਿਟੀਜ਼ ਨਾਲ ਵੀ ਗੱਲ ਕਰੀ ਜਾਵੇ, ਵੀ ਉਹਨਾਂ ਨੂੰ ਇੱਕ ਰੋਡ ਮੈਪ ਦਿੱਤਾ ਜਾਵੇ ਵੀ ਅਸੀਂ ਆਹ ਚੀਜ਼ਾਂ ਕਰਨੀਆਂ ਚਾਹੁੰਦੇ ਹਾਂ। ਨੋਟ ਓਨਲੀ ਵੀ ਸਿਰਫ ਇੱਕ ਯੂਨੀਵਰਸਿਟੀ ਜਾਂ ਇੱਕ ਕਾਲਜ ਤੱਕ ਲਿਮਿਟਡ ਨਾ ਰੱਖੀਏ, ਇਹਨੂੰ ਇੱਕ ਪਲੈਟਫਾਰਮ ਹੀ ਐਡਾ ਵੱਡਾ ਬਣਾ ਲਈਏ ਜਿਹਦੇ ਵਿੱਚ ਸਾਰੇ ਇੰਟਰਨੈਸ਼ਨਲ ਸਟੂਡੈਂਟ ਇਨਕਲੂਡ ਹੁੰਦੇ ਆ, ਵੀ ਸਾਡੇ ਸਿਰਫ ਪੰਜਾਬ ਵਾਲੇ ਜਾਂ ਇੰਡੀਆ ਵਾਲੇ ਨਾ ਹੋਣ, ਪਾਕਿਸਤਾਨ ਵਾਲੇ ਵੀ ਹੋਣ, ਹਰ ਇੱਕ ਭੈਣ ਭਰਾ ਹੋਵੇ, ਉਹਦੇ ਵਿੱਚ ਇੱਕ ਸਪੋਰਟ ਸੈਂਟਰ ਬਣਾ ਦਿੱਤਾ ਜਾਵੇ। ਪਰ ਇਹ ਪ੍ਰੋਸੈਸ ਹੌਲੀ ਹੌਲੀ ਬਣੂਗੀ, ਪਰ ਸਾਡੀ ਕੋਸ਼ਿਸ਼ ਹੈਗੀ ਹੈ ਸਾਰਾ ਕੁਛ ਕਰਨ ਦੀ, ਅਤੇ ਤੁਸੀਂ ਹੈਗੇ ਹੋ, ਤੁਹਾਡੇ ਵਰਗੇ ਭਰਾ ਹੈਗੇ ਨੇ ਨਾਲ, ਆਪਾਂ
ਡੈਫੀਨੇਟਲੀ ਕੋਈ ਵੱਡੀਆਂ ਚੀਜ਼ਾਂ ਲੈ ਕੇ ਆਵਾਂਗੇ ਸਾਡੇ ਸਾਰੇ ਭੈਣਾਂ ਭਰਾਵਾਂ ਵਾਸਤੇ, ਕਿਉਂਕਿ ਮੈਨੂੰ ਇਹ ਲੱਗਦਾ ਵੀ ਜੇ ਕੋਈ ਬੰਦਾ ਮਾਈਗਰੇਟ ਹੋ ਕੇ ਕਿਸੇ ਦੂਸਰੀ ਕੰਟਰੀ ਦੇ ਵਿੱਚ ਆਇਆ, ਨੋਟ ਓਨਲੀ ਆਪਣਾ ਇੰਡੀਆ ਵਾਲਿਆਂ ਦੀ ਵੀ ਗੱਲ ਨਹੀਂ ਕਰਦਾ, ਕੋਈ ਹੋਰ ਕੰਟਰੀ ਵਾਲਿਆਂ ਦੀ ਵੀ ਗੱਲ ਕਰਦਾ, ਜਿਵੇਂ ਪਾਕਿਸਤਾਨ ਆ, ਹੋਰ ਸਾਰੇ ਕੰਟਰੀਜ਼ ਹੈਗੇ ਆ। ਜੇ ਆਪਾਂ ਸਾਰੇ ਉੱਥੋਂ ਮਾਈਗਰੇਟ ਹੋ ਕੇ ਇੱਥੇ ਆਏ ਹਾਂ, ਕਿਸੇ ਰੀਜ਼ਨ ਕਰਕੇ ਹੀ ਆਏ ਹਾਂ, ਵੀ ਬਿਨਾਂ ਕਿਸੇ ਕਾਰਨ ਤੋਂ ਜਾਂ ਬੈਟਰ ਲਾਈਫ ਤੋਂ ਜਾਂ ਕੁਛ ਵੀ ਇਹੋ ਜਿਹੇ ਕਾਰਨ ਤੋਂ ਇਲਾਵਾ ਕੋਈ ਬੰਦਾ ਕਿਉਂ ਛੱਡ ਕੇ ਆਉਂਦਾ ਆਪਣਾ ਜਿੱਥੇ ਉਹ ਜੰਮਿਆ ਜਾਂ ਜਿੱਥੇ ਉਹ ਰਹਿੰਦਾ। ਅਤੇ ਮੈਨੂੰ ਇਹੀ ਆ ਵੀ ਜਿੱਥੇ ਹੁਣ ਅਸੀਂ ਆਸਟ੍ਰੇਲੀਆ ਰਹਿੰਦੇ ਹਾਂ, ਇਹ ਸਾਡਾ ਘਰ ਆ। ਅਸੀਂ ਇੱਥੇ ਜਿੰਨੇ ਆਪਣੇ ਭੈਣਾਂ ਭਰਾਵਾਂ ਦੀ, ਸਾਰਿਆਂ ਦੀ, ਨੋਟ ਓਨਲੀ ਸਿਰਫ ਸਾਡੇ ਹੀ ਕਰਕੇ, ਸਾਰੀ ਭੈਣਾਂ ਭਰਾਵਾਂ ਦੀ ਜਿੱਥੇ ਜਿੰਨੀ ਮਦਦ ਕਰ ਸਕੀਏ ਆਪਾਂ ਉੱਥੇ ਕਰਾਂਗੇ। ਅਤੇ ਥੈਂਕ ਯੂ ਵੈਰੀ ਮੱਚ ਭਾਅ ਜੀ, ਤੁਸੀਂ ਇੰਨਾ ਟਾਈਮ ਕੱਢਿਆ ਜੀ, ਅਤੇ ਇੰਨੀਆਂ ਵੈਲੂਏਬਲ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਨੇ। ਮੈਨੂੰ ਓਨੈਸਟਲੀ ਮੈਂ ਜਾਂ ਇੱਦਾਂ ਦੀਆਂ ਜੋਬਸ ਦੇ ਵਿੱਚ ਕਦੇ ਪਿਆ ਨਹੀਂ ਹੈਗਾ, ਪਰ ਇਹ ਮੇਰੇ ਵਾਸਤੇ ਵੀ ਬੜੀਆਂ ਨਵੀਆਂ ਗੱਲਾਂ ਸੀਗੀਆਂ, ਅਤੇ ਆਪਾਂ ਹੋਰ ਵੀ ਇੱਦਾਂ ਦੇ ਪੋਡਕਾਸਟ ਕਰਦੇ ਰਹਾਂਗੇ। ਬਿਲਕੁਲ, ਧੰਨਵਾਦ ਭਾਅ ਜੀ। ਥੈਂਕ ਯੂ ਭਾਅ ਜੀ।